ਤੁਸੀਂ ਸੁਣ ਰਹੇ ਹੋ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਬਾਬਾ ਆਲਾ ਸਿੰਘ। ਅੰਕ ਪਹਿਲਾ। ਮਹਾਰਾਜਾ ਆਲਾ ਸਿੰਘ ਜੀ ਸਿੱਧੂ ਗੋਤ ਦੇ ਹੀਰੇ ਸਨ ਅਤੇ ਆਪ ਦੀ ਬੰਸਾਵਲੀ ਸਿੱਧੀ ਸ਼੍ਰੀ ਕ੍ਰਿਸ਼ਨ ਯਾਦਵ ਵੰਸ਼ ਨਾਲ ਜਾ ਰਲਦੀ ਹੈ। ਸਮੇਂ ਨੇ ਇਸ ਵੰਸ਼ ਨੂੰ ਪਿਛਲੇ 5000 ਸਾਲ ਵਿੱਚ ਅਨੇਕ ਤਰ੍ਹਾਂ ਦੀਆਂ ਉਚਾਈਆਂ ਨਿਚਾਈਆਂ ਵਿਖਾਈਆਂ ਅਤੇ ਦਵਾਰਕਾ ਤੋਂ ਇਲਾਕੇ ਗਜ਼ਨੀ, ਸਿਆਲਕੋਟ ਤੇ ਜੈਸਲਮੇਰ ਆਦਿ ਕਈ ਰਾਜਧਾਨੀਆਂ ਦੇ ਮਾਲਕ ਬਣਾਇਆ। ਜਿਸ ਸਮੇਂ ਗਜ਼ਨੀ ਦੇ ਤਖਤ ਉੱਤੇ ਮਹਿਮੂਦ ਅਤੇ ਲਾਹੌਰ ਦੇ ਤਖਤ ਉੱਤੇ ਜੈਪਾਲ ਸੀ, ਉਸ ਸਮੇਂ ਸਤਲੁਜੋਂ ਦੱਖਣ ਵੱਲ ਜਾਦਵ ਕੁਲ ਵਿਜੇ ਰਾਏ ਭੱਟੀ ਸ਼ਹਿਜ਼ਾਦਾ ਰਾਜ ਕਰ ਰਿਹਾ ਸੀ। ਜੈਪਾਲ ਨੇ ਮਹਿਮੂਦ ਦੀ ਈਨ ਮੰਨ ਲਈ ਸੀ, ਪਰ ਵਿਜੇ ਰਾਏ ਮਹਿਮੂਦ ਦਾ ਵੈਰੀ ਸੀ। ਇਸ ਲਈ ਮਹਿਮੂਦ ਨੇ ਸੰਮਤ 1061 ਬਿਕਰਮੀ ਵਿੱਚ ਵਿਜੇ ਰਾਏ ਵੱਲ ਮੂੰਹ ਕੀਤਾ ਤੇ ਕਈ ਮਹੀਨੇ ਲੜਾਈ ਕਰਕੇ ਭੱਟੀਆਂ ਦਾ ਜ਼ੋਰ ਤੋੜ ਦਿੱਤਾ। ਵਿਜੇ ਰਾਏ ਦਾ ਛੋਟਾ ਭਾਈ ਭਾਉ ਅੱਲਣ ਤਾਂ ਪਿਤਾ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਆ ਕੇ ਵਸ ਪਿਆ ਸੀ। ਇਸ ਲਈ ਵਿਜੇ ਰਾਏ ਦਾ ਪੁੱਤਰ ਦੇਵਰਾਜ ਆਪਣੇ ਪਿਤਾ ਦੀ ਥਾਂ ਦੇਸ਼ ਦਾ ਮਾਲਕ ਹੋਇਆ। ਦੇਵਰਾਜ ਦੇ ਪੋਤੇ ਦਾ ਪੋਤਾ ਰਾਓ ਜੈਸਲ ਹੋਇਆ, ਜਿਸ ਨੇ ਜੈਸਲਮੇਰ ਦੀ ਮੋੜੀ ਗੱਡੀ। ਜੈਸਲ ਦੇ 4 ਪੁੱਤਰ ਸਨ, ਜਿਨ੍ਹਾਂ ਵਿੱਚੋਂ ਹੇਮ ਨੇ ਜੈਸਲਮੇਰ ਦੀ ਜੂਹ ਛੱਡ ਕੇ ਬਠਿੰਡੇ ਵੱਲ ਮੂੰਹ ਕੀਤਾ। ਇਸ ਦਾ ਇਕਲੌਤਾ ਪੁੱਤਰ ਜੂੰਦਰ ਹੋਇਆ, ਜਿਸ ਦੇ ਫਿਰ 21 ਪੁੱਤਰ ਹੋਏ। ਜੂੰਦਰ ਤੋਂ ਅਨੇਕਾਂ ਗੋਤਾਂ ਤੁਰੀਆਂ। ਇਸ ਦੀ ਔਲਾਦ ਸਤਲੁਜ ਦੇ ਦੋਹੀਂ ਪਾਸੇ ਖਿੱਲਰ ਗਈ, ਦੂਰ ਦੂਰ ਤੱਕ ਰੋਕਾਂ ਰੋਕ ਲਈਆਂ ਤੇ ਇਸ ਸਮੇਂ ਕੀ ਗਿਣਤੀ ਵਿੱਚ ਤੇ ਕੀ ਪ੍ਰਤਾਪ ਵਿੱਚ ਪੰਜਾਬ ਦਾ ਕੋਈ ਗੋਤ ਜੂੰਦਰ ਦੀ ਔਲਾਦ ਦਾ ਟਾਕਰਾ ਨਹੀਂ ਸੀ ਕਰ ਸਕਦਾ। ਪਟਿਆਣੇ ਦੇ ਭੱਟੀ, ਬੇਟ ਦੇ ਰਾਜਪੂਤ, ਜੰਗਲ ਦੇ ਸਿੱਧੂ ਤੇ ਸਾਰੀ ਬਡਰੱਕੀ, ਰਿਆੜਕੀ ਦੇ ਰੰਧਾਵੇ ਅਤੇ ਮਾਝੇ ਵੱਲ ਦੇ ਸ਼ੀਨੇ ਆਦਿ ਹੋਰ ਅਨੇਕ ਗੋਤ ਆਪ ਦੀ ਬੰਸਾਵਲੀ ਨੂੰ ਜੂੰਦਰ ਨਾਲ ਜਾ ਰਲਾਉਂਦੇ ਹਨ। ਜੂੰਦਰ ਦੇ 21 ਪੁੱਤਰਾਂ ਵਿੱਚੋਂ ਬਟੇ ਰਾਏ ਬੜਾ ਪ੍ਰਤਾਪੀ ਹੋਇਆ, ਜਿਸ ਕਰਕੇ ਇਸ ਨੂੰ 20 ਦਾ ਸਰਦਾਰ ਆਖਣ ਲੱਗ ਗਏ। ਇਸ ਦਾ ਪੁੱਤਰ ਮੰਗਲ ਰਾਏ ਪਿਤਾ ਤੋਂ ਵੀ ਵੱਧ ਗਿਆ ਅਤੇ ਆਪਣੀ ਚੰਗੀ ਹੈਸੀਅਤ ਬਣਾ ਲਈ। ਇਸ ਸਮੇਂ ਗਜ਼ਨੀ ਦੇ ਪਹਾੜਾਂ ਵੱਲੋਂ ਫਿਰ ਇੱਕ ਤੂਫਾਨ ਉੱਠਿਆ ਅਤੇ ਮੁਲਤਾਨ ਤੋਂ ਲੈ ਕੇ ਦਿੱਲੀ ਤੱਕ ਦਾ ਸਾਰਾ ਇਲਾਕਾ ਝੰਬਿਆ ਗਿਆ, ਅਰਥਾਤ ਦਿੱਲੀ ਤੋਂ ਪਰੇ ਤੱਕ ਗੋਰਿਆਂ ਦੇ ਤਹਿਤ ਹੋ ਗਿਆ। ਜੂੰਦਰ ਦੀ ਔਲਾਦ ਪਾਸੋਂ ਹਕੂਮਤ ਉਕੀ ਹੀ ਜਾਂਦੀ ਰਹੀ। ਮੰਗਲ ਰਾਓ ਤੇ ਉਸਦਾ ਪੁੱਤਰ ਆਨੰਦ ਰਾਓ ਤਲਵਾਰਾਂ ਮਾਰਦੇ ਗੁਜ਼ਰ ਗਏ ਅਤੇ ਖੀਵਾ ਬਠਿੰਡੇ ਦੇ ਇਲਾਕੇ ਨੂੰ ਛੱਡ ਕੇ ਨਹਿ ਵੱਲ ਚਲਾ ਗਿਆ। ਖੀਵਾ ਆਨੰਦ ਰਾਓ ਦਾ ਪੁੱਤਰ ਸੀ। ਇਹ ਹੁਣ ਬੇਧਿਰ ਹੋ ਚੁੱਕਾ ਸੀ। ਇਸ ਨੇ ਜੱਟਾਂ ਦਾ ਨਾਤਾ ਲਿਆ, ਜਿਸ ਤੋਂ ਇਸ ਦੇ ਘਰ ਪੁੱਤਰ ਹੋਇਆ। ਫਿਰ ਸਿੱਧੂ ਤੇ ਇਸ ਦੀ ਔਲਾਦ ਨੂੰ ਵੀ ਜੱਟਾਂ ਦੇ ਹੀ ਨਾਤੇ ਮਿਲੇ, ਜਿਸ ਕਰਕੇ ਇਹ ਜੱਟ ਖਵਾਉਣ ਲੱਗ ਪਏ ਅਤੇ ਰਾਜਪੂਤਾਂ ਨਾਲੋਂ ਵੱਖਰੇ ਹੋ ਗਏ। ਬਹੁਤੇ ਲੋਕਾਂ ਦਾ ਖਿਆਲ ਹੈ ਕਿ ਜੱਟਾਂ ਦਾ ਨਾਤਾ ਲੈਣ ਕਰਕੇ ਹੀ ਖੀਵੇ ਦੀ ਔਲਾਦ ਰਾਜਪੂਤ ਨਾ ਰਹੀ ਅਤੇ ਇਸੇ ਕਰਕੇ ਸਿੱਧੂ ਜਾਂ ਉਸ ਦੀ ਔਲਾਦ ਨੂੰ ਕਿਸੇ ਰਾਜਪੂਤ ਨੇ ਨਾਤਾ ਨਾ ਦਿੱਤਾ, ਪਰ ਇਹ ਭੁੱਲ ਹੈ। ਜੇਕਰ ਖੀਵੇ ਦੀ ਹਾਲਤ ਚੰਗੀ ਹੁੰਦੀ ਤਾਂ ਸਿੱਧੂ ਲਈ ਰਾਜਪੂਤੀ ਨਾਤਿਆਂ ਦਾ ਕੋਈ ਤੋਟਾ ਨਹੀਂ ਸੀ। ਰਾਏ ਜੂੰਦਰ ਦੇ ਪੁੱਤਰ ਅਚਲ ਦੀ ਮਾਤਾ ਵੀ ਤਾਂ ਜੱਟਾਂ ਦੀ ਹੀ ਲੜਕੀ ਸੀ, ਪਰ ਅਚਲ ਦੀ ਔਲਾਦ ਵਿੱਚੋਂ ਇੱਕ ਪਾਸੇ ਪਟਿਆਣੇ ਦੇ ਭੱਟੀ ਤਾਂ ਖਰੇ ਰਾਜਪੂਤ ਗਿਣੇ ਜਾਂਦੇ ਹਨ, ਦੂਜੇ ਪਾਸੇ ਅਚਲ ਦੇ ਪੋਤਰੇ ਸ਼ੀਨੇ ਦੀ ਔਲਾਦ ਵਿੱਚੋਂ ਮਾਝੇ ਦੇ ਸ਼ੀਨੇ ਜੱਟ ਹਨ ਅਤੇ ਇਹਨਾਂ ਦੋਹਾਂ ਦੇ ਵਿਚਾਲੇ ਸ਼ੀਨੇ ਦੀ ਹੀ ਔਲਾਦ ਵਿੱਚੋਂ ਕਈ ਰਾਜਪੂਤ ਹਨ ਜੋ ਜੱਟਾਂ ਦਾ ਨਾਤਾ ਲੈ ਲੈਂਦੇ ਹਨ, ਪਰ ਇਸ ਤੇ ਵੀ ਰਾਜਪੂਤ ਹੀ ਹਨ। ਰਿਸ਼ਤੇ ਨਾਤਿਆਂ ਦੇ ਹੋਣ ਨਾ ਹੋਣ ਤੋਂ ਕਿਸੇ ਗੋਤ ਦੀ ਉਚਾਈ ਨਿਚਾਈ ਦਾ ਅਨੁਮਾਨ ਨਹੀਂ ਕੀਤਾ ਜਾ ਸਕਦਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਣਵਾਸ ਵਿੱਚ ਕਟੌਚ ਸ਼ਾਹੀ ਖਾਨਦਾਨ ਦੀਆਂ 2 ਲੜਕੀਆਂ ਸਨ, ਪਰ ਆਪ ਤੋਂ ਥੋੜ੍ਹੀਆਂ ਹੀ ਪੀੜ੍ਹੀਆਂ ਪਹਿਲਾਂ ਕੋਈ ਸਰਦਾ ਪੁੱਛਦਾ ਜੱਟ ਆਪ ਦੇ ਵੱਡਿਆਂ ਨੂੰ ਹੱਸ ਕੇ ਨਾਤਾ ਨਹੀਂ ਦਿੰਦਾ ਹੋਵੇਗਾ। ਜਦ ਸਿੰਘਪੁਰੀਏ ਕਈ ਲੱਖ ਰੁਪਏ ਦੇ ਇਲਾਕੇਦਾਰ ਹੋ ਗਏ ਤਾਂ ਇਹਨਾਂ ਦੇ ਨਾਤੇ ਨੂੰ ਪੰਨੂ ਚੌਧਰੀਆਂ ਨੇ ਕੇਵਲ ਇਸ ਕਰਕੇ ਪ੍ਰਵਾਨ ਨਹੀਂ ਸੀ ਕੀਤਾ ਕਿ ਇਹ ਕੱਲ੍ਹ ਦੇ ਬਣੇ ਸਰਦਾਰ ਖਾਨਦਾਨੀ ਹੈਸੀਅਤ ਵਿੱਚ ਸਾਡੀ ਬਰਾਬਰੀ ਨਹੀਂ ਕਰ ਸਕਦੇ। ਇਸ ਗੱਲੋਂ ਗੁੱਸਾ ਖਾ ਕੇ ਸਿੰਘਪੁਰੀਆਂ ਨੇ ਪੰਨੂ ਚੌਧਰੀਆਂ ਦੀ ਪੱਟੀ ਵਾਲੀ ਹਵੇਲੀ ਦੀ
ਇੱਟ ਕਰ ਦਿੱਤੀ ਅਤੇ ਇਹਨਾਂ ਇੱਟਾਂ ਨਾਲ ਪੱਟੀ ਦੇ ਬਾਹਰ ਆਪਣਾ ਕਿਲਾ ਉਸਾਰ ਕੇ ਆਪਣੇ ਬਲ ਦਾ ਪਤਾ ਦੇ ਦਿੱਤਾ। ਹੁਣ ਤੀਕ ਇਹ ਹਾਲ ਹੈ ਕਿ ਮਾਲਵੇ ਦਾ ਕੋਈ ਅਣਖ ਵਾਲਾ ਜੱਟ ਥਲੀ ਦੇ ਜੱਟਾਂ ਦਾ ਨਾਤਾ ਨਹੀਂ ਲੈਂਦਾ ਕਿ ਇਸ ਵਿੱਚ ਉਹ ਆਪਣੀ ਕੁਲ ਨੂੰ ਲੀਕ ਲਾਉਣੀ ਸਮਝਦਾ ਹੈ। ਪ੍ਰਸਿੱਧ ਅਖੌਤ ਹੈ, ਕਾਲ ਬਰਾੜੋਂ ਉਪਜੇ ਬੁਰਾ ਬਾਹਮਣ ਤੋਂ ਹੋਏ। ਬਰਾੜ ਕਾਲ ਦੀ ਖਾਣ ਪ੍ਰਸਿੱਧ ਹੈ, ਸੋ ਦੇਸ਼ ਦੀ ਗਰੀਬੀ ਨੇ ਵਸਨੀਕਾਂ ਦੀ ਖਾਨਦਾਨੀ ਹੈਸੀਅਤ ਨੂੰ ਵੀ ਨੀਵਾਂ ਕਰ ਦਿੱਤਾ। ਕਾਲੇ ਨੇ ਜਦ ਸ੍ਰੀ ਗੁਰੂ 7ਵੇਂ ਪਾਤਸ਼ਾਹ ਜੀ ਦੇ ਰਾਹੀਂ ਇਹ ਯਤਨ ਕੀਤਾ ਸੀ ਕਿ ਭੁੱਲਰ ਜੱਟ ਸਾਡਾ ਸਾਕ ਲੈ ਕੇ ਸਾਨੂੰ ਆਪਣਾ ਰਿਸ਼ਤੇਦਾਰ ਬਣਾ ਲੈਣ, ਤਾਂ ਲਾਲੇ ਭੁੱਲਰ ਨੇ ਕੇਵਲ ਇਹਨਾਂ ਦੀ ਗਰੀਬੀ ਦੇ ਕਾਰਨ ਹੀ ਸਾਕ ਲੈਣੋਂ ਨਾ ਕੀਤੀ ਸੀ, ਪਰ ਥੋੜੀਆਂ ਹੀ ਪੀੜ੍ਹੀਆਂ ਮਗਰੋਂ ਜਦ ਇਸ ਘਰਾਣੇ ਦੇ ਦਿਨ ਚਮਕੇ ਤਾਂ ਜੰਮੂ ਤੋਂ ਲੈ ਕੇ ਸਖੀ ਸਰਵਰ ਤੱਕ ਦੇ ਕਈ ਕਰੋੜ ਰੁਪਏ ਦੇ ਇਲਾਕੇ ਦੇ ਮਾਲਕ, ਕਈ ਰਾਜਿਆਂ ਪਾਸੋਂ ਟਕੇ ਲੈਣ ਵਾਲੇ ਅਤੇ ਮਾਝੇ ਦੇ ਸਭ ਤੋਂ ਵੱਡੇ ਰਈਸ ਘਰਾਣੇ ਦਾ ਨਾਤਾ ਟਿੱਕਾ ਸੁੱਧ ਸਿੰਘ ਜੀ ਲਈ ਆਇਆ ਸੀ। ਹਾਲਾਂਕਿ ਪੁਰਾਣੇ ਵੇਲਿਆਂ ਦੀ ਅਮੀਰੀ ਗਰੀਬੀ ਦਾ ਖਿਆਲ ਕਰਕੇ ਹੁਣ ਤੱਕ ਮਾਝੇ ਦੇ ਜੱਟ ਹਿਠਾੜ ਸਤਲੁਜ ਦੇ ਜੱਟਾਂ ਨੂੰ ਆਪਣਾ ਨਾਤਾ ਨਹੀਂ ਦਿੰਦੇ। ਜੇਕਰ ਰਾਓ ਖੀਵਾ ਦੇ ਪੁੱਤਰ ਨੂੰ ਕਿਸੇ ਰਾਜਪੂਤ ਨੇ ਨਾਤਾ ਦੇਣਾ ਪਸੰਦ ਨਾ ਕੀਤਾ ਤਾਂ ਇਸ ਦਾ ਇਹ ਭਾਵ ਨਹੀਂ ਕਿ ਜੱਟਾਂ ਦਾ ਦੋਹਤਾ ਹੋਣ ਕਰਕੇ ਸਿੱਧੂ ਖਾਨਦਾਨੀ ਹੈਸੀਅਤ ਵਿੱਚ ਨੀਵਾਂ ਹੋ ਗਿਆ ਸੀ, ਸਗੋਂ ਅਸਲ ਗੱਲ ਇਹ ਹੈ ਕਿ ਸਮੇਂ ਨੇ ਆਪਣੀ ਚਾਲ ਅਨੁਸਾਰ ਇਸ ਨੂੰ ਕੁਝ ਸਮੇਂ ਲਈ ਚੱਕਰ ਵਿੱਚ ਲੈ ਆਂਦਾ ਸੀ ਅਤੇ ਆਪਣੀ ਮੁਸੀਬਤ ਦੇ ਦਿਨ ਕੱਟਣ ਲਈ ਰਾਜਪੂਤਾਂ ਤੋਂ ਇਹ ਇੰਨੀ ਦੂਰ ਚਲੇ ਗਏ ਸਨ ਕਿ ਆਪੋ ਵਿੱਚ ਰਿਸ਼ਤੇ ਨਾਤਿਆਂ ਦਾ ਕਾਇਮ ਰਹਿ ਸਕਣਾ ਕੋਈ ਸੌਖੀ ਗੱਲ ਨਹੀਂ ਸੀ। ਭਲਾ ਜੇਕਰ ਨਾਤੇ ਮਿਲਣ ਅਨੁਸਾਰ ਹੀ ਕਿਸੇ ਘਰਾਣੇ ਦੀ ਉਚਾਈ ਨੀਚਾਈ ਦਾ ਖਿਆਲ ਕੀਤਾ ਜਾਵੇ ਤਾਂ ਨਾਦਰ ਸ਼ਾਹ ਕਿਹੜੇ ਉੱਚ ਘਰਾਣੇ ਵਿੱਚੋਂ ਸੀ ਜਿਸ ਨੂੰ ਸ਼ਹਿਨਸ਼ਾਹ ਅਕਬਰ ਦੀ ਔਲਾਦ ਨੇ ਆਪਣੀ ਲੜਕੀ ਦਾ ਡੋਲਾ ਦਿੱਤਾ ਸੀ। ਸੱਚ ਤਾਂ ਇਹ ਹੈ ਕਿ ਨਾਦਰ ਦੀ ਖਾਨਦਾਨੀ ਉਸਦੀ ਸ਼ਮਸ਼ੀਰ ਸੀ ਅਤੇ ਸਿੱਧੂ ਦੀ ਸ਼ਮਸ਼ੀਰ ਟੁੱਟ ਚੁੱਕੀ ਸੀ। ਅੰਕ ਦੂਸਰਾ, ਸਿੱਧੂ ਨਾਗੇ ਦੀ ਸਰਾਏ ਵਿੱਚ ਜਾ ਵਸਿਆ ਜੋ ਉਨੀ ਦਿਨੀ ਚੰਗਾ ਤਕੜਾ ਪਿੰਡ ਸੀ। ਇੱਥੇ ਹੀ ਕਈ ਪੀੜ੍ਹੀਆਂ ਤੱਕ ਉਸਦੀ ਔਲਾਦ ਵਸਦੀ ਰਹੀ। ਉਨੀ ਦਿਨੀ ਹਰ ਸਾਲ ਕਈ ਲੱਖ ਮੁਗਲਾਂ ਦਾ ਕਟਕ ਪੰਜਾਬ ਉੱਤੇ ਚੜ੍ਹ ਆਉਂਦਾ ਅਤੇ ਇੱਕ ਮਾੜੇ ਦਿਨਾਂ ਵਿੱਚ ਹੀ ਸਾਰੇ ਦੇਸ਼ ਦੀ ਸਵਾਹ ਉਡਾ ਕੇ ਹਜ਼ਾਰਾਂ ਲੱਖਾਂ ਲੜਕੇ ਲੜਕੀਆਂ ਨੂੰ ਫੜ ਕੇ ਲੈ ਜਾਂਦਾ। ਮੁਲਤਾਨੋਂ ਦਿੱਲੀ ਦਾ ਰਾਹ ਹੰਬੋਰ ਤੇ ਬਠਿੰਡੇ ਵੱਲ ਦਾ ਸੀ ਅਤੇ ਸਿੱਧੂ ਦੀ ਔਲਾਦ ਇਸੇ ਰਾਹ ਉੱਤੇ ਵਸਦੀ ਸੀ। ਇੱਧਰ ਰੋਜ਼ ਕਟਕ ਚੜ੍ਹਦੇ ਤੇ ਧਾੜੇ ਪੈਂਦੇ, ਜਿਉਣ ਦਾ ਕੋਈ ਹੱਜ ਨਹੀਂ ਸੀ। ਲੋਕੀ ਕੇਵਲ ਜੂਨਾਂ ਹੀ ਪੂਰੀਆਂ ਕਰਦੇ ਸਨ। ਸੰਮਤ 1448 ਬਿਕਰਮੀ ਵਿੱਚ ਇਸੇ ਰਾਹ ਅਮੀਰ ਤੈਮੂਰ ਆਇਆ ਤੇ ਇਸਨੇ ਪਟਨੇਰ ਵਿੱਚ ਭੱਟੀਆਂ ਨੂੰ ਘੇਰ ਕੇ ਇੱਕ ਸਿਰਿਓਂ ਗੱਬੇਵਾੜ ਕਰ ਦਿੱਤਾ। ਸਾਰਾ ਦੇਸ਼ ਉਜਾੜ ਦਿੱਤਾ। ਸਰਸੇ ਤੋਂ ਸਮਾਣੇ ਤੱਕ ਜੱਟਾਂ ਦਾ ਮੁਸ਼ਕ ਨਾ ਛੱਡਿਆ। ਇੱਧਰ ਅੱਗੇ ਹੀ ਟਾਵੀਂ ਵਸੋਂ ਸੀ, ਪਰ ਇਸ ਸਾਲ ਉਹ ਵੀ ਨਾ ਰਹੀ ਅਤੇ ਭੱਟੀਆਂ ਦੀ ਅਜਿਹੀ ਬਾਬ ਹੋਈ ਕਿ ਉਹਨਾਂ ਨੂੰ ਕਈ ਵਰ੍ਹਿਆਂ ਤੱਕ ਸੁਰਤ ਨਾ ਆਈ। ਇਸ ਸਮੇਂ ਸਿੱਧੂ ਦੀ ਔਲਾਦ ਵਿੱਚੋਂ ਬਰਾੜ ਦੜਕਿਆ ਅਤੇ ਭੱਟੀਆਂ ਨਾਲ ਟਾਕਰੇ ਕਰਕੇ ਉਹਨਾਂ ਨੂੰ ਕਈ ਵਾਰ ਹਰਾਇਆ। ਸਭ ਸਿੱਧੂ ਬਰਾੜ ਦੇ ਮਗਰ ਸਨ। ਇਹ ਸਾਰਿਆਂ ਨੂੰ ਇਕੱਠੇ ਕਰਕੇ ਕੱਖਾਂ ਵਾਲੀ ਜਾ ਵਸਿਆ ਅਤੇ ਗਿਰਦ ਨਵਾਹੀ ਵਿੱਚ ਆਪਣਾ ਰੋਬ ਬਿਠਾ ਦਿੱਤਾ। ਬਰਾੜ ਦੇ 2 ਪੁੱਤਰ ਸਨ, ਦੁੱਲ ਤੇ ਪਰੋੜ। ਵੱਡੇ ਭਰਾ ਦੁੱਲ ਨੇ ਆਪਣੇ ਛੋਟੇ ਭਰਾ ਪੋੜ ਨੂੰ ਕੱਢ ਦਿੱਤਾ ਅਤੇ ਪੋੜ ਤੇ ਇਸ ਦੀ ਔਲਾਦ ਕਈ ਸਾਲ ਗਰੀਬੀ ਦੀ ਦਸ਼ਾ ਵਿੱਚ ਇੱਧਰ ਉੱਧਰ ਭਟਕਦੀ ਫਿਰੀ। ਜਦ ਮਹਾਰਾਜ ਦਾ ਸਮਾਂ ਆਇਆ ਤਾਂ ਇਹ ਭੋੜੀਪੁਰ ਜਲਾਲਾਂ ਵਿੱਚ ਵਸਦੇ ਸਨ। ਮਹਾਰਾਜ ਤੋਂ ਮਗਰੋਂ ਇਸ ਦੇ ਪੋਤਰੇ ਪੱਖੋਂ ਤੱਕ ਇਹ ਇੱਥੇ ਹੀ ਰਹੇ। ਪੱਖੋਂ ਦੇ 2 ਪੁੱਤਰ ਮੋਹਨ ਤੇ ਹੁੰਬਲ ਸਨ। ਇਹ ਦੋਵੇਂ ਭਾਈ ਭੋਡੀਪੁਰੋਂ ਉੱਠ ਕੇ ਬੀਦੋ ਵਾਲੀ ਜਾ ਵਸੇ, ਜਿੱਥੇ ਦੁੱਲ ਦੀ ਔਲਾਦ ਕੱਖਾਂ ਵਾਲੀ ਤੋਂ ਉੱਠ ਕੇ ਇੱਕ ਵਾਰ ਵਸ ਚੁੱਕੀ ਸੀ ਅਤੇ ਫਿਰ ਇੱਥੋਂ ਵੀ ਉੱਜੜ ਕੇ ਅਬਲੂ ਜਾ ਵਸੀ। ਉਸ ਸਮੇਂ ਚੱਕਰਾਂ ਵਾਂਗ ਰਹਿੰਦੇ ਸਨ। ਜਿੱਥੇ ਸੁਖੀ ਵਸਦੇ ਉੱਥੇ ਬੈਠ ਜਾਂਦੇ ਅਤੇ ਜਿੱਥੋਂ ਦੇ ਲੋਕੀ ਰਤਾ ਤੰਗ ਕਰਦੇ ਉੱਥੋਂ ਉੱਠ ਜਾਂਦੇ। ਬੀਦੋ ਵਾਲੀ ਦੇ ਭੱਟੀਆਂ ਨਾਲ ਇਹਨਾਂ ਦੀ ਸਦਾ ਅਣਬਣ ਹੀ ਰਹਿੰਦੀ। ਇੱਕ ਵਾਰ ਆਪੋ ਵਿੱਚ ਲੜਾਈ ਹੋ ਪਈ ਜਿਸ ਵਿੱਚ ਭੱਟੀਆਂ ਦਾ ਇੱਕ ਆਦਮੀ ਮਾਰਿਆ ਗਿਆ। ਇਸ ਖੁਨਾਮੀ ਬਦਲੇ ਮੋਹਨ 2 ਸਾਲ ਪਟਨੇਰ ਦੇ ਕਿਲੇ ਵਿੱਚ ਕੈਦ ਰਿਹਾ। ਜਦ ਕੈਦੋਂ ਛੁੱਟ ਕੇ ਆਇਆ ਤਾਂ ਫਿਰ ਉਹ ਹਾਲ ਸੀ। ਅੰਤ ਭੱਟੀਆਂ ਤੇ ਮੋਹਣਕਿਆਂ ਵਿੱਚ ਫਿਰ ਲੜਾਈ ਹੋਈ।
ਜਿਸ ਵਿੱਚ ਮੋਹਨ ਤੇ ਉਸ ਦਾ ਵੱਡਾ ਪੁੱਤਰ ਰੂਪਚੰਦ ਮਾਰੇ ਗਏ ਅਤੇ ਬਾਕੀਆਂ ਨੂੰ ਲਾਚਾਰ ਹੋ ਕੇ ਬੀਦੋਵਾਲੀ ਨੂੰ ਛੱਡਣਾ ਪਿਆ। ਮੋਹਨ ਦੀਆਂ 2 ਸ਼ਾਦੀਆਂ ਸਨ। ਪਹਿਲੀ ਤੋਂ ਰੂਪਚੰਦ, ਕਰਮਚੰਦ, ਦਿਆਚੰਦ ਤੇ ਕੁਲਚੰਦ ਸਨ ਅਤੇ ਦੂਸਰੀ ਸ਼ਾਦੀ ਤੋਂ ਸੇਮਾ ਤੇ ਸਰਦੂਲ। ਕੁਲਚੰਦ ਠੀਕ ਜਵਾਨੀ ਦੀ ਉਮਰ ਵਿੱਚ ਬਿਮਾਰ ਹੋ ਕੇ ਬੀਦੋਵਾਲੀ ਗੁਜ਼ਰ ਗਿਆ ਸੀ। ਮੋਹਨ ਇਸ ਤੋਂ ਮਗਰੋਂ ਕੈਦ ਹੋਇਆ ਅਤੇ ਭੱਟ ਨੇਰੋਂ ਆ ਕੇ ਜਦ ਇਹ ਲੜਾਈ ਵਿੱਚ ਰੂਪਚੰਦ ਸਣੇ ਮਾਰਿਆ ਗਿਆ ਤਾਂ ਉਸ ਸਮੇਂ ਹੁੱਬਲ ਤਾਂ ਡਰਦਾ ਮਾਰਿਆ ਘੁੰਮਣ ਨੂੰ ਚਲਿਆ ਗਿਆ ਤੇ ਉੱਥੇ ਹੀ ਵਸ ਪਿਆ, ਜਿਸ ਕਰਕੇ ਹੁਣ ਉਸ ਦੀ ਔਲਾਦ ਵੱਡੇ ਛੋਟੇ ਘੁੰਮਣ, ਵੱਡੇ ਛੋਟੇ ਕੁੱਤੀਵਾਲ ਤੇ ਅੱਧੇ ਜਖੇਪਾਲ ਵਿੱਚ ਵਸਦੀ ਹੈ ਅਤੇ ਬਾਕੀ ਦੇ ਜੋ ਬੀਦੋਵਾਲੀਓ ਨਿਕਲੇ ਉਹ ਇਹ ਸਨ: ਰੂਪਚੰਦ ਦੇ ਦੋਵੇਂ ਪੁੱਤਰ ਸਦਲੀ ਤੇ ਫੂਲ, ਕੁਲਚੰਦ ਦਾ ਪੁੱਤਰ ਸਾਉਲ, ਸੇਮਾ, ਸਰਦੂਲ, ਕਰਮਚੰਦ ਤੇ ਕਾਲਾ ਅਤੇ ਇਹਨਾਂ ਦੀਆਂ ਬਹੂ ਬੇਟੀਆਂ ਤੇ ਬੱਚੇ। ਜੰਗਲ ਦੇ ਇਲਾਕੇ ਵਿੱਚ ਇਹ ਇੱਕ ਖੂਹ ਤੇ ਆ ਬੈਠੇ ਜਿੱਥੇ ਸਿੱਧ ਕਲੰਦਰ ਦੀ ਮਾੜੀ ਸੀ। ਇਹ ਸਿੱਧ ਕਲੰਦਰ ਭੁੱਲਰ ਗੋਤ ਦੇ ਜੱਟਾਂ ਦਾ ਕੋਈ ਵੱਡ ਵਡੇਰਾ ਹੋਇਆ ਹੈ, ਜਿਸ ਦੀ ਭੁੱਲਰ ਹੁਣ ਤੱਕ ਮਾਨਤਾ ਕਰਦੇ ਹਨ ਅਤੇ ਪੁਰਾਣੇ ਵੇਲਿਆਂ ਤੋਂ ਵਰੇ ਦੇ ਵਰੇ ਇਸ ਮੜੀ ਉੱਤੇ ਮੇਲਾ ਲੱਗਦਾ ਹੈ। ਇਹ ਮੜੀ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ 1.5-2 ਮੀਲ ਉੱਤਰ ਪੱਛਮ ਵੱਲ ਹੈ। ਕਹਿੰਦੇ ਹਨ ਕਿ ਇੱਕ ਵਾਰ ਇੱਕ ਵਣਜਾਰਾ ਇਸ ਮਾੜੀ ਪਾਸ ਆ ਕੇ ਉਤਰਿਆ ਤੇ ਲੋਕਾਂ ਪਾਸੋਂ ਉਸ ਨੂੰ ਪਤਾ ਲੱਗਾ ਕਿ ਇਸ ਮੜੀ ਦੀ ਸੁਖਣਾ ਸੁਖਣ ਨਾਲ ਮਨ ਦੀ ਮੁਰਾਦ ਪੂਰੀ ਹੁੰਦੀ ਹੈ। ਉਸਨੇ ਦਿਲ ਵਿੱਚ ਧਾਰੀ ਕਿ ਜੇ ਮੇਰੇ ਘਰ ਪੁੱਤਰ ਹੋਵੇ ਤਾਂ ਮੈਂ ਇਸ ਜੰਗਲ ਵਿੱਚ ਪੱਕਾ ਖੂਹ ਲਵਾ ਦੇਵਾਂ ਤੇ ਮੜੀ ਵੀ ਪੱਕੀ ਬਣਵਾ ਦੇਵਾਂ। ਉਸਨੇ ਪੱਕਾ ਖੂਹ ਲਵਾ ਦਿੱਤਾ ਤੇ ਮੜੀ ਵੀ ਪੱਕੀ ਬਣਵਾ ਦਿੱਤੀ। ਇਸੇ ਕਰਕੇ ਇਸ ਨੂੰ ਲੱਖੀ ਵਣਜਾਰੇ ਦਾ ਖੂਹ ਆਖਦੇ ਹਨ। ਇਸੇ ਖੂਹ ਉੱਤੇ ਮੋਹਨ ਦੀ ਔਲਾਦ ਨੇ ਆਣ ਡੇਰਾ ਲਾਇਆ। ਜੰਗਲ ਵਿੱਚ ਅੱਜ ਤੱਕ ਇਹ ਹਾਲ ਹੈ ਕਿ ਖੂਹਾਂ ਵਿੱਚ 100-100, 150-150 ਹੱਥ ਉੱਤੇ ਪਾਣੀ ਹੈ। ਪਿਛਲੇ ਸਮਿਆਂ ਵਿੱਚ ਇਸ ਸਾਰੇ ਇਲਾਕੇ ਵਿੱਚ ਕਿਤੇ-ਕਿਤੇ ਹੀ ਕੋਈ ਪੱਕਾ ਖੂਹ ਸੀ ਅਤੇ ਕੱਚੀਆਂ ਕੁਹਾਰਾਂ ਵੀ ਕੋਈ ਬਹੁਤੀਆਂ ਨਹੀਂ ਸਨ। ਢਾਬਾਂ ਵੀ ਗਿਣਤੀ ਦੀਆਂ ਹੀ ਸਨ, ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋ ਜਾਇਆ ਕਰਦਾ ਸੀ। ਲੋਕੀ 10-10, 15-15 ਕੋਹਾਂ ਤੋਂ ਪਾਣੀ ਲੈਣ ਆਉਂਦੇ ਅਤੇ ਇੱਕ ਦਿਨ ਦੇ ਲਿਆਂਦੇ ਪਾਣੀ ਨਾਲ ਕਈ ਦਿਨ ਲਗਾਉਂਦੇ। ਉਹਨਾਂ ਨੂੰ ਪਾਣੀ ਵਾਲੇ ਪਿੰਡ ਦੀ ਸਦਾ ਮੁਹਤਾਜੀ ਰੱਖਣੀ ਪੈਂਦੀ ਅਤੇ ਉਹਨਾਂ ਦੀਆਂ ਅਨੇਕਾਂ ਈਨਾਂ ਮੰਨਣੀਆਂ ਪੈਂਦੀਆਂ। ਜਿਸ ਪਿੰਡੋਂ ਪਾਣੀ ਮਿਲਦਾ ਉਸ ਪਿੰਡ ਦੇ ਵਸਨੀਕਾਂ ਦੀ ਆਂਢ ਗੁਆਂਢ ਵਿੱਚ ਖਾਸ ਇੱਜ਼ਤ ਹੁੰਦੀ ਅਤੇ ਉਹ ਆਪਣੇ ਆਪ ਨੂੰ ਪਾਣੀਹੀਣ ਪਿੰਡਾਂ ਨਾਲੋਂ ਬਹੁਤ ਕੁਝ ਉਚੇਰਾ ਤੇ ਵਡੇਰਾ ਸਮਝਦੇ। ਇਸ ਲੱਖੀ ਵਣਜਾਰੇ ਦੇ ਖੂਹ ਦੇ ਪਾਸ ਹੀ ਲਾਲੇ ਭੁੱਲਰ ਦਾ ਪਿੰਡ ਸੀ। ਇਹ ਇਸ ਲਤੇ ਦੇ ਭੁੱਲਰਾਂ ਦਾ ਚੌਧਰੀ ਸੀ ਅਤੇ ਇਸ ਸਮੇਂ ਇਸ ਦਾ ਬੜਾ ਜ਼ੋਰ ਸੀ। ਜਦ ਮੋਹਨ ਕੇ ਇਸ ਖੂਹ ਉੱਤੇ ਆ ਕੇ ਬੈਠੇ ਤਾਂ ਭੁੱਲਰਾਂ ਨੇ ਕਈ ਈਨਾਂ ਬਣਾ ਕੇ ਮੰਨੇ। ਪਾਣੀ ਬਾਝੋਂ ਕਿਤੇ ਬੈਠਾ ਵੀ ਨਹੀਂ ਜਾਂਦਾ ਸੀ। ਬੀਦੋਵਾਲੀ ਦੀ ਮੁਸੀਬਤ ਵੀ ਹਜੇ ਅੱਖਾਂ ਸਾਹਮਣੇ ਸੀ ਅਤੇ ਇਹ ਵੀ ਪਤਾ ਸੀ ਕਿ ਅਸਾਂ ਜਿਸ ਬਗਾਨੀ ਜੂਹ 'ਚ ਜਾ ਕੇ ਬੈਠਣਾ ਹੈ, ਅਗਲਿਆਂ ਦੀ ਈਨ ਮੰਨ ਕੇ ਹੀ ਬੈਠਣਾ ਹੈ। ਇਸ ਲਈ ਮੋਹਨ ਕਿਆ ਨੇ ਭੁੱਲਰਾਂ ਦੀਆਂ ਈਨਾਂ ਮੰਨ ਲਈਆਂ। ਕੁਝ ਸਮਾਂ ਇਸੇ ਤਰ੍ਹਾਂ ਲੰਘ ਗਿਆ, ਪਰ ਇਹ ਗੱਲ ਕਦ ਕੁ ਤੱਕ ਨਿਭਣੀ ਸੀ। ਇੱਕ ਦਿਨ ਇੱਕ ਬਹੂ ਨੇ ਖੂਹ ਉੱਤੇ ਘੜਾ ਭੰਨ ਦਿੱਤਾ ਅਤੇ ਨੰਗੇ ਮੂੰਹ ਮਰਦਾਂ ਵਿੱਚ ਦੀ ਲੰਘ ਆਈ। ਜਦ ਦੂਜੀਆਂ ਤਰੀਮਤਾਂ ਨੇ ਉਸ ਨੂੰ ਵਰਜਿਆ ਤਾਂ ਉਸਨੇ ਕਿਹਾ ਕਿ ਜੇ ਕੋਈ ਮਰਦ ਹੋਵੇ ਤਾਂ ਘੁੰਡ ਕੱਢਾਂ। ਇਹ ਤਾਂ ਤਰੀਮਤਾਂ ਹਨ, ਇਹਨਾਂ ਵਿੱਚ ਮਰਦਾਂ ਵਾਲੀ ਅਣਖ ਹੀ ਨਹੀਂ। ਜਦ ਇਸ ਗੱਲ ਦੀ ਖਬਰ ਕਾਲੇ ਨੂੰ ਹੋਈ ਤਾਂ ਉਹ ਬੜਾ ਉਦਾਸ ਹੋਇਆ, ਕਿਉਂਕਿ ਕਰੜੀਆਂ ਈਨਾਂ ਤੋਂ ਬਿਨਾਂ ਭੁੱਲਰ ਹੋਰ ਕਈ ਤਰ੍ਹਾਂ ਵੀ ਤੰਗ ਕੀਤਾ ਕਰਦੇ ਸਨ। ਉਨੀ ਦਿਨੀ ਸਤਿਗੁਰ ਹਰ ਰਾਏ ਜੀ ਗੁਰੂਸਰ ਆਏ ਅਤੇ ਸਿੱਖ ਸੇਵਕਾਂ ਨੂੰ ਨਿਹਾਲ ਕਰਨ ਲੱਗੇ। ਕਾਲਾ ਸਤਿਗੁਰ ਜੀ ਪਾਸ ਜਾਂਦਾ ਅਤੇ ਅਧੀਨਗੀ ਨਾਲ ਪ੍ਰਾਰਥਨਾ ਕਰਦਾ ਕਿ ਸਾਨੂੰ ਕਿਸੇ ਤਰ੍ਹਾਂ ਵਸਦੇ ਕਰੋ। ਭੁੱਲਰ ਕਿਵੇਂ ਸਾਡਾ ਨਾਤਾ ਲੈ ਲੈਣ ਅਤੇ ਸਾਨੂੰ ਆਪਣੇ ਸਾਕ ਥਾਪ ਕੇ 5 ਹਲ ਦੀ ਜ਼ਮੀਨ ਦੇ ਦੇਣ। ਸ਼੍ਰੀ ਗੁਰੂ ਜੀ ਨੇ ਧੀਰਜ ਦਿੱਤੀ ਕਿ ਹੁਣ ਜਦ ਲਾਲਾ ਕੌੜਾ ਸਾਡੇ ਪਾਸ ਆਵੇਗਾ ਤਾਂ ਅਸੀਂ ਉਸ ਨੂੰ ਇਹ ਗੱਲ ਸਮਝਾਵਾਂਗੇ। ਕੁਝ ਦਿਨਾਂ ਮਗਰੋਂ ਜਦ ਲਾਲਾ ਕੌੜਾ ਸ਼੍ਰੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਸ਼੍ਰੀ ਗੁਰੂ ਜੀ ਨੇ ਬਚਨ ਕੀਤਾ ਕਿ ਲਾਲੇ, ਤੇਰੇ ਪਾਸ ਬਹੁਤ ਸਾਰੀ ਜ਼ਮੀਨ ਹੈ, ਤੂੰ ਕਾਲੇ ਦੇ ਭਾਈਚਾਰੇ ਨੂੰ 5 ਹਲਾਂ ਦੀ ਜ਼ਮੀਨ ਦੇ ਦੇ ਤੇ ਉਹਨਾਂ ਪਾਸੋਂ ਬੋਲੀ ਲੈਂਦਾ ਰਹਿ। ਲਾਲੇ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ, ਮੈਂ ਸਭ ਤਰ੍ਹਾਂ ਨਾਲ ਆਪ ਦਾ ਦਾਸ ਹਾਂ, ਪਰ ਜ਼ਮੀਨ ਤਾਂ ਮੈਂ ਐਨੀ ਵੀ ਨਹੀਂ ਦੇਣੀ ਜਿੰਨੀ ਕਿ ਦਾਤਰੀ ਦੇ ਨੱਕੇ ਉੱਤੇ ਆ ਸਕੇ। ਸ਼੍ਰੀ ਗੁਰੂ ਜੀ ਨੇ ਫਿਰ ਬਚਨ ਕੀਤਾ ਕਿ ਅੱਛਾ, ਉਹਨਾਂ ਦਾ ਨਾਤਾ ਲੈ ਕੇ ਹੀ ਉਹਨਾਂ ਨੂੰ ਵਸਣ ਦੇਵੋ
ਤਾਂ ਉਸ ਹੰਕਾਰੀ ਭੁੱਲਰ ਨੇ ਉੱਤਰ ਦਿੱਤਾ ਕਿ ਅਸਾਂ ਯਲੀ ਵਾਲਿਆਂ ਦਾ ਨਾਤਾ ਲੈ ਕੇ ਆਪਣੀ ਕੁੱਲ ਨੂੰ ਕਲੰਕ ਲਵਾਉਣਾ ਹੈ। ਇਸ ਤੇ ਸ੍ਰੀ ਗੁਰੂ ਜੀ ਕ੍ਰੋਧਵਾਨ ਹੋ ਕੇ ਬੋਲੇ ਕਿ ਅੱਜ ਤਾਂ ਤੁਸੀਂ ਉਹਨਾਂ ਦਾ ਨਾਤਾ ਨਹੀਂ ਕਬੂਲਦੇ, ਪਰ ਇੱਕ ਦਿਨ ਆਵੇਗਾ ਜਦ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਲੜਕੀਆਂ ਲਈ ਫਿਰੋਗੇ ਅਤੇ ਉਹ ਪਸੰਦ ਨਹੀਂ ਕਰਨਗੇ। ਇਤਨੀ ਗੱਲਬਾਤ ਹੋਣ ਤੇ ਲਾਲਾ ਕੌੜਾ ਉੱਠ ਖੜਾ ਹੋਇਆ ਤੇ ਆਪਣੇ ਪਿੰਡ ਦਾ ਰਾਹ ਲਿਆ। ਉਸ ਨੂੰ ਸਤਿਗੁਰੂ ਦੇ ਡੇਰੇ ਦੇ ਪਾਸ ਹੀ ਕਾਲਾ ਮਿਲ ਗਿਆ, ਜੋ ਲਾਲੇ ਦੇ ਪਿੱਛੇ ਪਿੱਛੇ ਹੀ ਆਇਆ ਸੀ ਅਤੇ ਇਸੇ ਉਡੀਕ ਵਿੱਚ ਸੀ ਕਿ ਕਦੋਂ ਲਾਲਾ ਜਾਵੇ ਤੇ ਮੈਂ ਸ੍ਰੀ ਗੁਰੂ ਜੀ ਪਾਸੋਂ ਪੁੱਛਾਂ ਕਿ ਕੀ ਫੈਸਲਾ ਹੋਇਆ ਹੈ। ਕਾਲੇ ਨੂੰ ਵੇਖ ਕੇ ਲਾਲਾ ਗੁੱਸੇ ਨਾਲ ਭਰ ਗਿਆ ਅਤੇ ਕੜਕ ਕੇ ਬੋਲਿਆ ਕਿ ਕਾਲਿਆ, ਤੂੰ ਸ੍ਰੀ ਗੁਰੂ ਜੀ ਪਾਸ ਆ ਕੇ ਮੇਰੀਆਂ ਖੋਟੀਆਂ ਕਰਦਾ ਹੈ ਤੇ ਸ੍ਰੀ ਗੁਰੂ ਜੀ ਨੂੰ ਮੇਰੇ ਉੱਤੇ ਗੁੱਸਾ ਕਰਵਾਉਂਦਾ ਹੈ। ਮੈਂ ਜੇ ਅੱਜ ਹੀ ਤੱਤੀਆਂ ਤੌੜੀਆਂ ਤੁਹਾਡੇ ਸਿਰਾਂ ਉੱਤੇ ਚੁਕਵਾ ਕੇ ਪਿੰਡੋਂ ਨਾ ਕੱਢਿਆ ਤਾਂ ਮੇਰਾ ਨਾਮ ਵੀ ਲਾਲਾ ਨਾ ਸੱਦਣਾ। ਇਹ ਕੁਝ ਸੁਣ ਕੇ ਕਾਲਾ ਡਰ ਗਿਆ ਅਤੇ ਸ੍ਰੀ ਗੁਰੂ ਜੀ ਪਾਸ ਜਾ ਕੇ ਨੀਰੋ ਨੀਰ ਰੋਣ ਲੱਗਾ। ਦੁਖੜੇ ਸਨ ਕਿ ਮੁੱਕਣ ਦਾ ਨਾਮ ਨਹੀਂ ਲੈਂਦੇ ਸਨ ਅਤੇ ਨਿਤ ਨਵੇਂ ਸੂਰਜ ਕੋਈ ਨਾ ਕੋਈ ਬਿਪਤਾ ਸਿਰ ਉੱਤੇ ਚੜੀ ਰਹਿੰਦੀ ਸੀ। ਲੋਕਾਂ ਦੇ ਸਤਾਇਆਂ ਭੋਡੀਪੁਰ ਛੱਡਿਆ ਸੀ ਤੇ ਬੀਦੋ ਵਾਲੀ ਦਿਨ ਕੱਟਣ ਲੱਗੇ ਸਨ, ਪਰ ਸਮੇਂ ਨੇ ਉੱਥੇ ਵੀ ਵਸਣ ਨਾ ਦਿੱਤੇ। ਬੀਦੋ ਵਾਲੀ ਛੱਡੀ ਤੇ ਭੁੱਲਰਾਂ ਪਾਸ ਆਏ ਕਿ ਇੱਥੇ ਹੀ ਦੁੱਖ ਸੁੱਖ ਦੇ ਦਿਨ ਨਿਕਲ ਜਾਣਗੇ, ਪਰ ਸਮੇਂ ਨੇ ਇਹ ਗੱਲ ਵੀ ਨਿਭਣ ਨਾ ਦਿੱਤੀ। ਅੱਜ ਭੁੱਲਰ ਇੱਥੋਂ ਵੀ ਕੱਢਣ ਨੂੰ ਤਿਆਰ ਹਨ। ਹੁਣ ਕਾਲੇ ਦੀਆਂ ਅੱਖਾਂ ਅੱਗੇ ਸਭ ਦੁਨੀਆ ਕਾਲੀ ਹੋ ਗਈ ਸੀ। ਉਸ ਨੂੰ ਕੁਝ ਨਹੀਂ ਸੁੱਝਦਾ ਸੀ ਕਿ ਹੁਣ ਅਸੀਂ ਕਿੱਧਰ ਨੂੰ ਜਾਵਾਂਗੇ। ਕਾਲੇ ਦੀ ਇਹ ਦਸ਼ਾ ਦੇਖ ਕੇ ਸ੍ਰੀ ਗੁਰੂ ਜੀ ਦਾ ਦਿਆਲੂ ਮਨ ਪੰਗਰ ਗਿਆ, ਪਰ ਆਪ ਨੇ ਕਾਲੇ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਤੁਸੀਂ ਰਤਾ ਫਿਕਰ ਨਾ ਕਰੋ, ਗੁਰੂ ਤੁਹਾਡੇ ਅੰਗ ਸੰਗ ਹੈ। ਲਾਲਾ ਡਾਢਾ ਆਦਮੀ ਹੈ, ਉਸ ਨਾਲ ਕੋਈ ਵਾਹ ਨਹੀਂ। ਤੁਸੀਂ ਅੱਜ ਹੀ ਉਸ ਦਾ ਪਿੰਡ ਛੱਡ ਦੇਵੋ ਅਤੇ ਜਿੱਥੇ ਸੂਰਜ ਡੁੱਬ ਜਾਵੇ ਉੱਥੇ ਹੀ ਡੇਰੇ ਲਾ ਲਵੋ, ਗੁਰੂ ਭਲਾ ਕਰੇਗਾ। ਕਾਲੇ ਨੂੰ ਸ੍ਰੀ ਗੁਰੂ ਜੀ ਦੇ ਬਚਨਾਂ ਉੱਤੇ ਨਿਸ਼ਚਾ ਸੀ। ਉਸਨੇ ਆਉਂਦਿਆਂ ਹੀ ਸਾਰੇ ਪਰਿਵਾਰ ਨੂੰ ਆਖ ਦਿੱਤਾ ਕਿ ਤੁਰਨ ਦੀ ਤਿਆਰੀ ਕਰੋ। ਦਿਨ ਢਲ ਚੁੱਕਾ ਸੀ, ਤੌੜੀਆਂ ਰਿੱਝ ਰਹੀਆਂ ਸਨ। ਲਾਲਾ ਭੁੱਲਰਾਂ ਨੂੰ ਲੈ ਕੇ ਆਇਆ ਤੇ ਇਸ ਡੇਰੇ ਨੂੰ ਉਠਾਉਣ ਲੱਗਾ। ਚਕਰਾਉਂਦਾ ਸਮਾਨ ਸੀ, ਸਭ ਕੁਝ ਸਾਂਭ ਕੇ ਤੁਰ ਪਏ। 2 ਕੁ ਕੋਹ ਹੀ ਗਏ ਹੋਣਗੇ ਕਿ ਸੂਰਜ ਅਸਤ ਹੋ ਗਿਆ ਤੇ ਇਹਨਾਂ ਨੇ ਢਾਬ ਉੱਤੇ ਡੇਰਾ ਲਾ ਦਿੱਤਾ। ਇਹ ਢਾਬ ਭੁੱਲਰਾਂ ਦੀ ਹੱਦੋਂ ਪਾਰ ਭੁਖੜੀ ਪਿੰਡ ਦੀ ਮੇਰ ਵਿੱਚ ਸੀ ਅਤੇ ਭੁਖੜੀ ਪਿੰਡ ਦਾ ਪੁਰਾਣਾ ਨਾਮੋ ਜੈਦ ਭੁਖੜੀ ਤੋਂ ਲੈ ਕੇ ਭੁੱਲਰਾਂ ਦੀ ਹੱਦ ਤੱਕ 16-17 ਮੀਲ ਦਾ ਵੈਰਾਨ ਇਲਾਕਾ ਆਪਣੇ ਜ਼ੋਰ ਨਾਲ ਸਾਂਭੀ ਬੈਠਾ ਸੀ। ਇਸਨੇ ਜਦ ਵੇਖਿਆ ਕਿ ਇਹ ਡੇਰਾ ਤਾਂ ਉੱਠਦਾ ਹੀ ਨਹੀਂ, ਉਸਨੇ ਜ਼ੋਰ ਨਾਲ ਇਹਨਾਂ ਨੂੰ ਉਠਾਉਣਾ ਚਾਹਿਆ। ਸ੍ਰੀ ਗੁਰੂ ਜੀ ਨੇ ਬਾਂਹ ਫੜੀ ਦੀ ਲਾਜ ਪਾਲੀ ਤੇ ਕਾਲੇ ਦੀ ਸਭ ਤਰ੍ਹਾਂ ਸਹਾਇਤਾ ਕੀਤੀ। ਪੁਰਾਣਾ ਪ੍ਰਸਿੱਧ ਯੋਧਾ ਸੀ ਅਤੇ ਗਿਰਦ ਨਵਾਈ ਦਾ ਕੋਈ ਸੂਰਮਾ ਉਸਦੀ ਸਾਂਗ ਦਾ ਸਾਹਮਣਾ ਕਰਨ ਦਾ ਹੀਆ ਨਹੀਂ ਕਰਦਾ ਸੀ। ਸਤਿਗੁਰ ਦੀ ਕਿਰਪਾ ਨਾਲ ਕਾਲੇ ਨੇ ਜੈਦ ਪੁਰਾਣੇ ਨੂੰ ਮਾਰ ਲਿਆ ਤੇ ਹੋਰ ਜੈਦ ਵੀ ਚੁਣ ਚੁਣ ਕੇ ਮਾਰੇ ਅਤੇ ਢੋਲ ਵਜਾ ਕੇ ਪਿੰਡ ਦੀ ਮੌੜੀ ਗੱਡ ਦਿੱਤੀ। ਪੁਰਾਣਾ ਆਪਣੇ ਜ਼ੋਰ ਨਾਲ ਦੂਰ ਦੂਰ ਤੱਕ ਆਪਣੀ ਮੇਰ ਕਰੀ ਬੈਠਾ ਸੀ। ਉਸ ਸਾਰੀ ਮੇਰ ਉੱਤੇ ਹੁਣ ਮੋਹਣਕਿਆਂ ਦੀ ਮੇਰ ਹੋ ਗਈ। ਇਹਨਾਂ ਆਪਣੇ ਵਡੇਰੇ ਦੇ ਨਾਮ ਉੱਤੇ ਪਿੰਡ ਦਾ ਨਾਮ ਮਹਾਰਾਜ ਰੱਖਿਆ ਅਤੇ ਹੌਲੀ ਹੌਲੀ ਪੁਰਾਣੇ ਦੀ ਜੂਹ ਵਿੱਚ ਹੀ 22 ਪਿੰਡ ਵਸਾ ਲਏ, ਜੋ ਹੁਣ ਮਹਾਰਾਜ ਕਾ ਬਾਹੀਆ ਅਖਵਾਉਂਦੇ ਹਨ। ਇਸ ਸਮੇਂ ਇਸ ਜੱਥੇ ਦਾ ਮੋਹਰੀ ਕਾਲਾ ਸੀ, ਜਿਸ ਦੇ 2 ਭਾਈ ਕੁਲਚੰਦ ਤੇ ਰੂਪਚੰਦ ਬੀਦੋ ਵਾਲੀ ਗੁਜ਼ਰ ਚੁੱਕੇ ਸਨ ਅਤੇ ਬਾਕੀ 3 ਇਸ ਦੇ ਨਾਲ ਸਨ। ਕੁਲਚੰਦ ਤੋਂ ਮਗਰੋਂ ਉਸਦੀ ਘਰਵਾਲੀ ਤੇ ਕਾਲੇ ਨੇ ਚਾਦਰ ਪਾ ਲਈ ਸੀ, ਜਿਸ ਤੋਂ ਕਾਲੇ ਦਾ ਤੀਜਾ ਪੁੱਤਰ ਡੱਲਾ ਹੋਇਆ। ਰੂਪਚੰਦ ਦੇ ਦੋਵੇਂ ਪੁੱਤਰਾਂ ਦੇ ਪਾਲਣ ਪੋਸ਼ਣ ਦਾ ਭਾਰ ਵੀ ਕਾਲੇ ਦੇ ਸਿਰ ਸੀ, ਸੋ ਸੰਦਲੀ ਫੂਲ ਤੇ ਇਹਨਾਂ ਦੀ ਮਾਤਾ ਕਾਲੇ ਦੇ ਘਰ ਹੀ ਰਹਿੰਦੇ ਰਹੇ। ਇੱਕ ਦਿਨ ਕਾਲਾ ਆਪਣੇ ਦੋਹਾਂ ਭਤੀਜਿਆਂ ਨੂੰ, ਜੋ ਹਜੇ ਛੋਟੀ ਉਮਰ ਦੇ ਹੀ ਸਨ, ਸਿਖਾ ਕੇ ਸ੍ਰੀ ਗੁਰੂ ਜੀ ਦੇ ਹਜ਼ੂਰ ਲੈ ਗਿਆ। ਸ੍ਰੀ ਗੁਰੂ ਜੀ ਨੇ ਇਹਨਾਂ ਦੀਆਂ ਭੋਲੀਆਂ ਭਾਲੀਆਂ ਸ਼ਕਲਾਂ ਵੇਖ ਕੇ ਬਚਨ ਕੀਤਾ ਕਿ ਕਾਲਿਆ, ਇਹ ਬੱਚੇ ਕੀ ਚਾਹੁੰਦੇ ਹਨ? ਕਾਲੇ ਨੇ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ ਇਹ ਖਾਣ ਨੂੰ ਮੰਗਦੇ ਹਨ। ਤਾਂ ਸ੍ਰੀ ਗੁਰੂ ਜੀ ਨੇ ਬਚਨ ਕੀਤਾ, ਕਾਲਿਆ, ਇਹਨਾਂ ਦੇ ਲੰਗਰੋਂ ਹਜ਼ਾਰਾਂ ਆਦਮੀ ਰੱਜਣਗੇ, ਇਹ ਰਾਜੇ ਹੋਣਗੇ ਤੇ ਇਹਨਾਂ ਦੇ ਘੋੜੇ ਸਤਲੁਜ ਤੇ ਜਮਨਾ ਕੰਢੇ ਪਾਣੀ ਪੀਣਗੇ। ਜਦ ਇਸ ਵਰ ਦੀ ਖਬਰ ਕਾਲੇ ਦੀ ਘਰਵਾਲੀ ਨੂੰ ਹੋਈ ਤਾਂ ਉਹ ਆਪਣੇ ਪਤੀ ਨੂੰ ਬੜੇ ਗੁੱਸੇ ਹੋਈ ਕਿ ਸ਼ਰੀਕ ਤਾਂ ਰਾਜੇ ਹੋ ਜਾਣਗੇ ਅਤੇ ਤੇਰੀ ਔਲਾਦ ਉਹਨਾਂ ਦੀ ਚਾਕਰੀ ਕੀਤਾ ਕਰੂ, ਕੁਝ ਆਪਣੇ ਪੁੱਤਾਂ ਦੀ ਵੀ ਸਾਰ ਰੱਖ। ਕਾਲੇ ਨੇ ਆਪਣੇ ਪੁੱਤਾਂ ਨੂੰ ਵੀ ਉਸੇ ਤਰ੍ਹਾਂ ਸਿਖਾ ਕੇ ਪੇਸ਼ ਕੀਤਾ। ਤਾਂ ਸ੍ਰੀ ਗੁਰੂ ਜੀ ਨੇ ਬਚਨ ਕੀਤਾ ਕਿ ਰਾਜੇ ਤਾਂ ਨਹੀਂ ਹੋਣੇ, ਪਰ ਆਪਣੀ ਮਾਰੀ ਆਪ ਹੀ ਖਾਣਗੇ। ਸੋ ਅੱਜ ਤੱਕ ਮਹਾਰਾਜ ਕੇ ਆਪਣੇ ਪਿੰਡਾਂ ਦਾ ਮਾਮਲਾ ਸਰਕਾਰੇ ਨਹੀਂ ਭਰਦੇ।
ਅੰਕ ਤੀਸਰਾ, ਫੂਲ ਸਾਧੂ ਸੁਭਾਅ ਤੇ ਸ਼ਾਂਤ ਬਿਰਤੀ ਵਾਲਾ ਸੀ। ਇਹ ਸਾਧਾਂ ਸੰਤਾਂ ਦੀ ਟਹਿਲ ਸੇਵਾ ਕੀਤਾ ਕਰਦਾ ਤੇ ਜਦ ਕੋਈ ਭੁੱਖਾ ਧਿਆਇਆ ਸੰਤ ਆਉਂਦਾ ਤਾਂ ਪਿੰਡੋਂ ਰੋਟੀ ਪਾਣੀ ਲਿਆ ਕੇ ਉਸ ਦੀ ਹਰ ਤਰ੍ਹਾਂ ਖਾਤਰ ਕਰਦਾ। ਇਸ ਕਰਕੇ ਲੋਕਾਂ ਨੇ ਇਸ ਦਾ ਨਾਮ ਲੋਹੀਆ ਰੱਖਿਆ ਹੋਇਆ ਸੀ। ਇੱਕ ਸਮੇਂ ਸੁਮੇਰਪੁਰੀ ਨਾਮੇ ਬੈਰਾਗੀ ਸੰਤ ਫਿਰਦੇ ਫਿਰਾਉਂਦੇ ਮਹਾਰਾਜ ਪਿੰਡ ਦੀ ਜੂਹ ਕੋਲ ਘੁੰਮਣਾ ਦੇ ਥੇ ਉੱਤੇ ਆ ਬੈਠੇ। ਫੂਲ ਨੂੰ ਜਦ ਆਪ ਦਾ ਪਤਾ ਲੱਗਾ ਤਾਂ ਤਣੋ ਮਣੋ ਹੋ ਕੇ ਸੇਵਾ ਕਰਨ ਲੱਗਾ। ਆਪ ਦਾ ਇਹ ਨੇਮ ਸੀ ਕਿ ਹਰ ਰੋਜ਼ ਮਹਾਰਾਜੋ ਦੁੱਧ ਲੈ ਕੇ ਵਲਟੋਹੀ ਵਿੱਚ ਪਾਉਂਦੇ ਅਤੇ ਭੂਰੇ ਦਾ ਭਾਰਾ ਮੜਾਸਾ ਬੰਨ੍ਹ ਕੇ ਸਿਰ ਉੱਤੇ ਮਗਦੇ ਗੋਹਿਆਂ ਦੀ ਪੜੋਲੀ ਰੱਖ ਕੇ ਪਿੰਡ ਤੋਂ 2-2.5 ਕੋ ਸੰਤ ਸੁਮੇਰਪੁਰੀ ਜੀ ਦੀ ਸੇਵਾ ਵਿੱਚ ਜਾ ਹਾਜ਼ਰ ਹੁੰਦੇ। ਜਦ ਠੀਕ ਦੁੱਧ ਕੱਢ ਜਾਂਦਾ ਤੇ ਗਰਮਾ ਗਰਮ ਹੀ ਸੰਤਾਂ ਨੂੰ ਛਕਾ ਦਿੱਤਾ ਜਾਂਦਾ। ਸਾਰਾ ਸਿਆਲ ਫੂਲ ਇਸੇ ਤਰ੍ਹਾਂ ਸੇਵਾ ਕਰਦਾ ਰਿਹਾ। ਸੁਮੇਰਪੁਰੀ ਜੀ ਨੂੰ ਸਮਾਧੀ ਲਾਉਣ ਦਾ ਅਭਿਆਸ ਸੀ। ਇੱਕ ਵਾਰ ਆਪ ਸਮਾਧੀ ਵਿੱਚ ਸਨ ਕਿ ਸੰਝ ਸਮੇਂ ਮੀਂਹ ਪੈਣ ਲੱਗ ਪਿਆ। ਫੂਲ ਸੰਤਾਂ ਦੇ ਸਿਰ ਉੱਤੇ ਆਪਣਾ ਭੂਰਾ ਤਾਣ ਕੇ ਖੜੋ ਗਿਆ ਤੇ ਸਾਰੀ ਰਾਤ ਸੰਤਾਂ ਦੇ ਸਰੀਰ ਉੱਤੇ ਮੀਂਹ ਦੀ ਇੱਕ ਬੂੰਦ ਨਾ ਪੈਣ ਦਿੱਤੀ। ਸਵੇਰ ਵੇਲੇ ਜਦ ਸੰਤਾਂ ਦੀ ਸਮਾਧੀ ਖੁੱਲੀ ਤਾਂ ਆਪ ਫੂਲ ਦੀ ਘਾਲਣਾ ਤੋਂ ਬੜੇ ਖੁਸ਼ ਹੋਏ ਅਤੇ ਬਚਨ ਕੀਤਾ ਕਿ ਇਸ ਘੁਮਾਣਾ ਵਾਲੇ ਥੇ ਨੂੰ ਆਬਾਦ ਕਰ ਲਵੋ। ਇਹ ਥੇ ਰਾਏ ਬਖਤਿਆਰ ਕਾਂਗੜ ਵਾਲੇ ਦੀ ਮਿਹਰ ਵਿੱਚ ਸੀ, ਜੋ ਉਸ ਸਮੇਂ ਕਾਂਗੜ ਤਪੇ ਦਾ ਚੌਧਰੀ ਤੇ ਬੜੇ ਜ਼ੋਰਾਂ ਉੱਤੇ ਸੀ। ਮੁਗਲਾਂ ਸਮੇਂ ਕਾਂਗੜ ਦਾ ਤੱਪਾ ਲਾਹੌਰ ਦੇ ਸੂਬੇ ਨਾਲ ਲੱਗਦਾ ਸੀ, ਜਿਸ ਕਰਕੇ ਰਾਏ ਬਖਤਿਆਰ ਨੂੰ ਕਈ ਵਾਰ ਲਾਹੌਰ ਜਾਣਾ ਪੈਂਦਾ ਸੀ। ਮਾਝੇ ਵਿੱਚ ਲਾਹੌਰ ਦੇ ਰਾਹ ਉੱਤੇ ਬਹਿਬਲ ਨਾਮੇ ਗਿੱਲ ਇੱਕ ਚੰਗਾ ਖਾੜਕੂ ਆਦਮੀ ਵਸਦਾ ਸੀ, ਜਿਸ ਨਾਲ ਰਾਏ ਬਖਤਿਆਰ ਦੀ ਚੰਗੀ ਵਾਕਫੀ ਹੋ ਗਈ ਅਤੇ ਜੋ ਹਰ ਸਮੇਂ ਰਾਏ ਬਖਤਿਆਰ ਦੀ ਚੰਗੀ ਸੇਵਾ ਕੀਤਾ ਕਰਦਾ। ਰਾਏ ਬਖਤਿਆਰ ਉਸ ਨੂੰ ਆਖਦਾ ਕਿ ਜੇਕਰ ਕਦੇ ਦੇਸ ਵੱਲ ਆਵੋ ਤਾਂ ਮੈਂ ਵੀ ਆਪ ਜੀ ਦੀ ਚੰਗੀ ਸੇਵਾ ਕਰਾਂ। ਸੰਯੋਗ ਅਜਿਹਾ ਹੋਇਆ ਕਿ ਕਿਸੇ ਕਾਰਨ ਬਹਿਬਲ ਮਾਝੇ ਤੋਂ ਉੱਠ ਕੇ ਮਹਾਰਾਜ ਆ ਗਿਆ ਤੇ ਫੂਲ ਨਾਲ ਇਸ ਦਾ ਚੰਗਾ ਪਿਆਰ ਪੈ ਗਿਆ। ਇੱਕ ਦਿਨ ਫੂਲ ਨੇ ਬਹਿਬਲ ਨੂੰ ਕਿਹਾ ਕਿ ਸੰਤਾਂ ਦਾ ਬਚਨ ਘੁਮਾਣਾ ਵਾਲਾ ਥੇ ਆਬਾਦ ਕਰਨ ਦਾ ਹੈ। ਜੇਕਰ ਰਾਏ ਬਖਤਿਆਰ ਮੰਨ ਜਾਵੇ ਤਾਂ ਇਸ ਥੇ ਨੂੰ ਆਬਾਦ ਕਰ ਲਈਏ। ਬਹਿਬਲ ਆਪਣੇ ਪੁਰਾਣੇ ਮਿੱਤਰ ਰਾਏ ਬਖਤਿਆਰ ਪਾਸ ਕਾਂਗੜ ਗਿਆ ਅਤੇ ਇੱਕ ਢਾਲ ਨਜ਼ਰ ਦੇ ਕੇ ਰਾਏ ਪਾਸੋਂ ਅਜਾਰੇ ਦੇ ਤੌਰ ਤੇ ਥੇ ਦਾ ਪਟਾ ਫੂਲ ਦੇ ਨਾਮ ਲੈ ਆਂਦਾ। ਸੋ ਫੂਲ ਨੇ ਆਪਣੇ ਨਾਮ ਉੱਤੇ ਫੂਲ ਪਿੰਡ ਦੀ ਮੋਹੜੀ ਗੱਡ ਦਿੱਤੀ ਅਤੇ ਬਹਿਬਲ ਵੀ ਉੱਥੇ ਹੀ ਵਸ ਪਿਆ। ਕੁਝ ਚਿਰਾਂ ਮਗਰੋਂ ਬਹਿਬਲ ਨੇ ਫੂਲੋਂ 3 ਕੋ ਦੱਖਣ ਵੱਲ ਆਪਣਾ ਨਵਾਂ ਪਿੰਡ ਗਿੱਲ ਨਾਮੇ ਵਸਾ ਲਿਆ, ਜਿੱਥੋਂ ਉੱਠ ਕੇ ਬਹਿਬਲ ਦੇ ਪੁੱਤਰ ਕੱਟੂ ਨੇ ਚੌਧਰੀ ਗੁਰਦਿੱਤ ਸਿੰਘ ਜੀ ਦੀ ਆਗਿਆ ਨਾਲ ਧਨੌਲੇ ਦੀ ਜੂਹ ਵਿੱਚ ਆਪਣੇ ਨਾਮ ਉੱਤੇ ਕੱਟੂ ਪਿੰਡ ਵਸਾ ਲਿਆ। ਫੂਲ ਨੇ 2 ਸਾਲ ਤੱਕ ਤਾਂ ਅਜਾਰੇ ਦਾ ਮਾਮਲਾ ਰਾਏ ਬਖਤਿਆਰ ਨੂੰ ਦਿੱਤਾ, ਪਰ ਇਸ ਤੋਂ ਮਗਰੋਂ ਹੋਰਨਾਂ ਚੌਧਰੀਆਂ ਵਾਂਗ ਫੂਲ ਪਿੰਡ ਦਾ ਮਾਮਲਾ ਸਰਕਾਰੀ ਹਾਕਮਾਂ ਨੂੰ ਦਿੰਦੇ ਰਹੇ। ਇਸ ਸਮੇਂ ਸਾਰੇ ਮਝਾਰਕਿਆਂ ਵਿੱਚੋਂ ਦੀਪੋ ਦਾ ਜ਼ੋਰ ਵੱਧ ਕੇ ਸੀ, ਜੋ ਸਾਊਲ ਦਾ ਦੂਜਾ ਪੁੱਤਰ ਸੀ। ਫੂਲ ਦੀਆਂ 2 ਸ਼ਾਦੀਆਂ ਸਨ। ਪਹਿਲੀ ਸ਼ਾਦੀ ਜੱਸੇ ਢਿੱਲੋਂ ਦੀ ਲੜਕੀ ਮਾਈ ਬਾਲੀ ਨਾਲ ਅਤੇ ਦੂਜੀ ਸ਼ਾਦੀ ਦਾਦੂ ਸਿਧਾਣੇ ਦੀ ਲੜਕੀ ਮਾਈ ਰੱਜੀ ਨਾਲ। ਜੱਸਾ ਢਿੱਲੋਂ ਚੱਕਰ ਬੰਨ੍ਹ ਕੇ ਇੱਕ ਵਾਰ ਮਹਾਰਾਜ ਆ ਬੈਠਾ ਸੀ ਅਤੇ ਇੱਥੇ ਹੀ ਉਸ ਦੀ ਲੜਕੀ ਦਾ ਨਾਤਾ ਫੂਲ ਨਾਲ ਹੋਇਆ ਸੀ। ਜਦ ਈਸੇ ਖਾਂ ਮੰਝ ਨੇ ਮੋੜਾ ਪਿੰਡ ਆਬਾਦ ਕੀਤਾ ਤਾਂ ਜੱਸਾ ਢਿੱਲੋਂ ਆਪਣੀ ਸਾਰੀ ਬਰਾਦਰੀ ਸਣੇ ਮੋੜਾਂ ਪਾਸ ਜਾ ਬੈਠਾ ਅਤੇ ਢਿਲਵਾਂ ਦਾ ਚੱਕਰ ਜਾ ਬੱਧਾ। ਮਹਾਰਾਜੋ 2 ਕੋ ਉੱਤਰ ਵੱਲ ਸਿਧਾਣਾ ਪਿੰਡ ਵਸਦਾ ਹੈ, ਜਿੱਥੋਂ ਦੇ ਦਾਦੂ ਸਿਧਾਣੇ ਦੀਆਂ 3 ਲੜਕੀਆਂ ਸਨ, ਅਨਾਰੀ, ਰੱਜੀ ਤੇ ਅਮਰਾਓ। ਫੂਲ ਦੇ ਵੱਡੇ ਭਾਈ ਸੰਦਲੀ ਦੀ ਸ਼ਾਦੀ ਅਨਾਰੀ ਨਾਲ ਹੋਈ ਵਈ ਸੀ। ਇੱਕ ਦਿਨ ਫੂਲ ਸਰਕਾਰ ਖੇਡਦਾ ਸਿਧਾਨ ਪਿੰਡ ਦੀ ਹੱਦ ਵਿੱਚ ਚਲਿਆ ਗਿਆ। ਅੱਗੇ ਰੱਜੀ ਮਣੇ ਉੱਤੇ ਬੈਠੀ ਬਾਜਰੇ ਦੀ ਰਾਖੀ ਕਰ ਰਹੀ ਸੀ। ਉਸਨੇ ਸਵਾਰ ਨੂੰ ਦੇਖ ਕੇ ਦੂਰੋਂ ਹੀ ਕਿਹਾ ਕਿ ਖੇਤ ਵਿੱਚ ਨਾ ਵੜੀ, ਨਹੀਂ ਤਾਂ ਗੁਲੇਲਿਆਂ ਨਾਲ ਬੁਰੀ ਮਾਰ ਕਰਾਂਗੀ। ਫੂਲ ਉੱਥੇ ਹੀ ਖੜੋ ਗਿਆ ਤੇ ਬਰਸ਼ੀ ਉੱਚੀ ਕਰਕੇ ਬੋਲਿਆ ਕਿ ਭਲਾ ਇਸ ਨੂੰ ਗੁਲੇਲਾ ਮਾਰ ਕੇ ਦਿਖਾ। ਰੱਜੀ ਨੇ ਉਸੇ ਪੋਰੀ ਨੂੰ ਗੁਲੇਲਾ ਮਾਰਿਆ ਜਿਸ ਨੂੰ ਫੂਲ ਨੇ ਆਖਿਆ ਸੀ। ਫੂਲ ਬੜਾ ਖੁਸ਼ ਹੋਇਆ ਅਤੇ ਜਦ ਉਸਨੂੰ ਪਤਾ ਲੱਗਾ ਕਿ ਇਹ ਤਾਂ ਦਾਦੂ ਦੀ ਲੜਕੀ ਰੱਜੀ ਹੈ ਤਾਂ ਸੰਦਲੀ ਦੇ ਖਹਿੜੇ ਬਹਿ ਕੇ ਰੱਜੀ ਨਾਲ ਆਪਣੀ ਸ਼ਾਦੀ ਕਰਵਾ ਲਈ। ਮਾਈ ਬਾਲੀ ਤੋਂ ਰਘੂ, ਤਲੋਕਚੰਦ, ਰਾਮਚੰਦ ਤੇ ਬੀਬੀ ਫੱਤੋ ਜੀ ਹੋਏ ਅਤੇ ਮਾਈ ਰੱਜੀ ਤੋਂ ਤਖਤ ਮੱਲ, ਝੰਡੂ, ਚੰਨੂ ਤੇ ਗੁਰਦਾਸ। ਜਿਹਾ ਕਿ ਦੁਨੀਆ ਦੀ ਰੀਤ ਹੈ, ਫੂਲ ਦਾ ਮਾਈ ਰੱਜੀ ਨਾਲ ਬਹੁਤ ਪਿਆਰ ਸੀ ਅਤੇ ਘਰ ਵਿੱਚ ਇਸੇ ਦੀ ਔਲਾਦ ਦੀ ਮੁਖਤਾਰੀ ਸੀ। ਮਾਈ ਬਾਲੀ ਦੀ ਔਲਾਦ ਬਹੁਤ ਤੰਗੀ ਦੀ ਹਾਲਤ ਵਿੱਚ ਰਹਿੰਦੀ ਸੀ। ਜਦ ਕੋਈ ਸਰਕਾਰੀ ਪਿਆਦਾ
ਮਾਮਲਾ ਉਗਰਾਉਣ ਆਉਂਦਾ ਤਾਂ ਦੀਪਾ ਸਾਉਲਕਾ ਵਾਰੀ ਨਾਲ ਉਸਦਾ ਖਰਚ ਖੁਰਾਕ ਇੱਕ ਵਾਰੀ ਮਾਈ ਰੱਜੀ ਦੀ ਔਲਾਦ ਪਾਸੋਂ ਦਵਾਉਂਦਾ ਅਤੇ ਇੱਕ ਵਾਰ ਮਾਈ ਬਾਲੀ ਦੀ ਔਲਾਦ ਪਾਸੋਂ। ਮਾਈ ਬਾਲੀ ਵਿਚਾਰੀ ਆਪਣੇ ਪਤੀ ਸਲੂਕ ਦੇ ਕਾਰਨ ਆਪਣੇ ਪੁੱਤਰਾਂ ਨੂੰ ਬੜੇ ਔਖ ਨਾਲ ਪਾਲਦੀ ਸੀ। ਉਹ ਸਰਕਾਰੀ ਪਿਆਦਿਆਂ ਦੇ ਖਰਚਾਂ ਨੂੰ ਕਿਸ ਤਰ੍ਹਾਂ ਨਿਭਾ ਸਕਦੀ ਸੀ। ਅੰਤ ਬਹੁਤ ਲਾਚਾਰੀ ਵੇਖ ਕੇ ਮਾਈ ਬਾਲੀ ਨੇ ਆਪਣੇ ਪਿਤਾ ਨੂੰ ਅਖਵਾ ਘੱਲਿਆ ਕਿ ਇੱਥੇ ਮੇਰਾ ਗੁਜ਼ਾਰਾ ਔਖਾ ਹੈ, ਮੈਨੂੰ ਆਪਣੇ ਪਾਸ ਲੈ ਜਾਵੋ। ਸੋ ਜੱਸਾ ਢਿੱਲੋਂ ਫੂਲ ਆਇਆ ਤੇ ਆਪਣੀ ਲੜਕੀ ਤੇ ਦੋਤਿਆਂ ਨੂੰ ਆਪਣੇ ਨਾਲ ਢਿੱਲਵੀਂ ਲੈ ਗਿਆ, ਜਿੱਥੇ ਫੂਲ ਦੇ ਸਵਰਗਵਾਸ ਹੋਣ ਤੱਕ ਵਸਦੇ ਰਹੇ। ਫੂਲ ਨੇ ਸਮੇਲਪੁਰੀ ਪਾਸੋਂ ਪ੍ਰਣਾਯਮ ਦੀ ਵਿਧੀ ਸਿੱਖੀ ਹੋਈ ਸੀ। ਇੱਕ ਵਾਰ ਫੂਲ ਦਾ ਮਾਮਲਾ ਟੁੱਟ ਗਿਆ, ਜਿਸ ਕਰਕੇ ਫੂਲ ਨੂੰ ਸਰਹੰਦ ਜਾਣਾ ਪਿਆ। ਇਸ ਸਮੇਂ ਫੂਲ ਨਾਲ ਗਿਧੀਆ ਮਰਾਸੀ ਵੀ ਸੀ। ਸਰਹੰਦ ਦੇ ਹਾਕਮ ਨੇ ਫੂਲ ਨਾਲ ਕਰੜਾਈ ਕੀਤੀ, ਜਿਸ ਕਰਕੇ ਫੂਲ ਨੇ ਆਪਣੇ ਸਵਾਸ ਚੜਾ ਲਏ, ਪਰ ਸਵਾਸ ਚੜਾਉਣ ਤੋਂ ਪਹਿਲਾਂ ਉਸਨੇ ਗਿਧੀਏ ਨੂੰ ਤਾਕੀਦ ਕਰ ਦਿੱਤੀ ਸੀ ਕਿ ਮੇਰੀ ਲੋਥ ਨੂੰ ਰੱਜੀ ਪਾਸ ਲੈ ਜਾਵੀਂ, ਉਹ ਸਵਾਸ ਉਤਾਰਨ ਦੀ ਵਿਧੀ ਜਾਣਦੀ ਹੈ। ਜਦ ਸਰਕਾਰੀ ਆਦਮੀਆਂ ਨੇ ਫੂਲ ਨੂੰ ਟੁਰਦਾ ਨਾ ਵੇਖਿਆ ਤਾਂ ਉਸਦੀ ਲੋਥ ਨੂੰ ਮਰਾਸੀ ਦੇ ਹਵਾਲੇ ਕਰ ਦਿੱਤਾ, ਜੋ ਲੋਥ ਨੂੰ ਬੈਲੀ ਵਿੱਚ ਪਾ ਕੇ ਫੂਲ ਵੱਲ ਨੂੰ ਤੁਰ ਪਿਆ। ਫੂਲ ਦੇ ਸਵਰਗਵਾਸ ਹੋਣ ਦੀ ਖਬਰ ਜਦ ਢਿੱਲਵੀਂ ਅਪੜੀ ਤਾਂ ਸਰਦਾਰ ਰਾਮਚੰਦ ਤਲੋਕ ਚੰਦ ਦੋਵੇਂ ਭਰਾ ਸਰਹੰਦ ਨੂੰ ਤੁਰ ਪਏ ਕਿ ਪਿਤਾ ਦਾ ਸੰਸਕਾਰ ਕਰ ਆਈਏ। ਜਦ ਦੁੱਗ ਬਹਾਦਰਪੁਰ ਅਪੜੇ ਤਾਂ ਅੱਗੋਂ ਗਿਧੀਆ ਮਰਾਸੀ ਵੀ ਲੋਥ ਲਈ ਆਉਂਦਾ ਮਿਲ ਗਿਆ, ਜਿਸ ਕਰਕੇ ਉੱਥੇ ਹੀ ਫੂਲ ਦਾ ਸੰਸਕਾਰ ਕਰ ਦਿੱਤਾ ਗਿਆ। ਜਦ ਮਾਈ ਰੱਜੀ ਨੂੰ ਇਸ ਗੱਲ ਦੀ ਖਬਰ ਹੋਈ ਤਾਂ ਉਸਦੇ ਮਨ ਵਿੱਚ ਇਹ ਭਰਮ ਗਿਆ ਕਿ ਉਹਨਾਂ ਨੇ ਜਾਣ-ਬੁੱਝ ਕੇ ਫੂਲ ਦਾ ਸੰਸਕਾਰ ਕਰ ਦਿੱਤਾ ਹੈ, ਜਿਸ ਕਰਕੇ ਹੁਣ ਮੇਰੀ ਵੀ ਖੈਰ ਨਹੀਂ। ਉਸਨੇ ਸਮਝਿਆ ਕਿ ਜੋ ਸਲੂਕ ਮੈਂ ਮਾਈ ਬਾਲੀ ਨਾਲ ਕੀਤਾ ਸੀ, ਉਹ ਸਲੂਕ ਹੁਣ ਮੇਰੇ ਨਾਲ ਹੋਵੇਗਾ। ਇਸ ਲਈ ਉਹ ਆਪਣੇ ਪੁੱਤਰਾਂ ਨੂੰ ਲੈ ਕੇ ਆਪਣੀ ਛੋਟੀ ਭੈਣ ਅਮਰਾਓ ਪਾਸ ਚਲੀ ਗਈ, ਜੋ ਸੁਖਾਨੰਦ ਬੈਰਾੜ ਦੇ ਘਰੋਂ ਸੀ, ਅਤੇ ਗਿਧੀਆ ਮਰਾਸੀ ਵੀ ਇਹਨਾਂ ਨਾਲ ਹੀ ਚਲਿਆ ਗਿਆ। ਬਰਾੜਾਂ ਦੀ ਹੱਦ ਕੋਲੋਵਾਲ ਤੀਕ ਸੀ, ਜੋ ਅੱਜ-ਕੱਲ ਹਰਨਾਮ ਸਿੰਘ ਵਾਲੇ ਤੇ ਸੈਲ ਬਰਾ ਦੇ ਵਿਚਕਾਰ ਹੈ। ਸੁਖਾਨੰਦ ਬੜਾ ਜ਼ੋਰਾਵਰ ਬਰਾੜ ਸੀ। ਇਸ ਦੀ ਸ਼ਹਿ ਨਾਲ ਮਾਈ ਰੱਜੀ ਦੇ ਪੁੱਤਾਂ ਨੇ ਫੂਲ ਦੇ ਪਾਸ ਹੀ ਕੋਲੋਵਾਲ ਦੀ ਜੂਹ ਵਿੱਚ ਇੱਕ ਬੁਰਜ ਉਸਾਰ ਲਿਆ ਅਤੇ ਰੋਜ਼ ਮਾਈ ਬਾਲੀ ਦੀ ਔਲਾਦ ਨਾਲ ਲੜਾਈ ਝਗੜਾ ਕਰਨ ਲੱਗੇ। ਝੰਡੂ ਬੜਾ ਯੋਧਾ ਸੀ ਅਤੇ ਉਸਨੇ ਚੌਧਰੀ ਤਿਲਕ ਚੰਦ ਹੋਰਾਂ ਨੂੰ ਬੜਾ ਤੰਗ ਰੱਖਿਆ ਸੀ, ਪਰ ਇੱਕ ਲੜਾਈ ਵਿੱਚ ਉਸਨੂੰ ਇੰਨੇ ਫੱਟ ਲੱਗੇ ਕਿ ਭਾਵੇਂ ਫੂਲ ਪਿੰਡ ਨੇ ਜ਼ਰਾ ਨੇ 100 ਯਤਨ ਕੀਤਾ, ਪਰ ਝੰਡੂ ਰਾਜੀ ਨਾ ਹੋ ਸਕਿਆ ਤੇ ਇਸੇ ਹਾਲ ਵਿੱਚ ਗੁਜ਼ਰ ਗਿਆ। ਇਸ ਤੋਂ ਮਗਰੋਂ ਮਾਈ ਰੱਜੀ ਤਾਂ ਆਪਣੇ ਪੇਕੇ ਸਿਧਾਣੇ ਚਲੀ ਗਈ ਅਤੇ ਇਸ ਦੇ ਪੁੱਤਰ ਆਪਣੀ ਮਾਸੀ ਅਮਰਾਓ ਪਾਸ ਰਹਿੰਦੇ ਰਹੇ। ਹੁਣ ਸੁਖਾਨੰਦ ਨੂੰ ਇਹ ਡਰ ਵੀ ਹੋ ਗਿਆ ਕਿ ਕਿਤੇ ਚੌਧਰੀ ਤਲੋਕ ਚੰਦ ਬੌਰਾ ਨਾਲ ਮੇਰਾ ਵਿਗਾੜ ਨਾ ਹੋ ਜਾਏ। ਸੋ ਉਸਨੇ ਸਿਧਾਣੇ ਤੋਂ 4 ਕੋਹ ਉੱਤਰ ਵੱਲ ਘੁਮੱਟੀ ਪਿੰਡ ਬਣਵਾ ਲਿਆ, ਜਿੱਥੇ ਮਾਈ ਰੱਜੀ ਦੀ ਔਲਾਦ ਹੁਣ ਤੱਕ ਵਸਦੀ ਹੈ। ਮਾਈ ਰੱਜੀ ਦੇ 4 ਪੁੱਤਰ ਸਨ, ਤਖਤਮਲ, ਚੰਨੂ, ਝੰਡੂ ਅਤੇ ਗੁਰਦਾਸ। ਝੰਡੂ ਤੇ ਗੁਰਦਾਸ ਬੇਔਲਾਦ ਗੁਜ਼ਰ ਗਏ ਅਤੇ ਇਹਨਾਂ ਦੇ ਕਬੀਲੇ ਦੋਹਾਂ ਵੱਡੇ ਭਰਾਵਾਂ ਦੇ ਘਰ ਬੈਠ ਗਏ। ਝੰਡੂ ਦਾ ਕਬੀਲਾ ਤਖਤਮਲ ਦੇ ਘਰ ਤੇ ਗੁਰਦਾਸ ਦਾ ਕਬੀਲਾ ਚੰਨੂ ਦੇ ਘਰ। ਤਖਤਮਲ ਦੇ 5 ਪੁੱਤਰ ਹੋਏ, ਜਿਨ੍ਹਾਂ ਵਿੱਚੋਂ 3 ਵੀਰ ਲਖਬੀਰ ਅਤੇ ਭੋਮੀਆਂ ਸਹਿਰੇ ਬੰਨ ਕਬੀਲੇ ਵਿੱਚੋਂ ਸਨ ਅਤੇ 2 ਦੁੱਲਾ ਤੇ ਤਖਤ ਕਰੇਵੇਂ ਦੇ ਕਬੀਲੇ ਵਿੱਚੋਂ। ਚੰਨੂ ਦੇ ਕੇਵਲ 2 ਪੁੱਤਰ ਸਨ, ਕਲਾਸ ਸਹਿਰੇ ਬੰਨ ਕਬੀਲੇ ਵਿੱਚੋਂ ਸੀ ਤੇ ਮਸੂਰ ਕਰੇਵੇ ਦੇ ਕਬੀਲੇ ਵਿੱਚੋਂ। ਇਹਨਾਂ ਦੀ ਔਲਾਦ ਹੁਣ ਲੌਰਡ ਘਰੀਏ ਸਰਦਾਰ ਖਵਾਉਂਦੀ ਹੈ। ਅੰਕ 4। ਚੌਧਰੀ ਫੂਲ ਦੇ ਗੁਜ਼ਰਨ ਤੋਂ ਮਗਰੋਂ ਮਾਈ ਬਾਲੀ ਦੀ ਔਲਾਦ ਫੂਲ ਆ ਵਸੀ ਅਤੇ ਤਿੰਨੇ ਭਾਈ ਇਕੱਠੇ ਰਹਿਣ ਲੱਗ ਪਏ। ਰਘੂ ਸਭ ਨਾਲੋਂ ਵੱਡਾ ਸੀ, ਜੋ ਜਿਉਂਦਾ ਪਿੰਡ ਦੇ ਮੱਲਾ ਨਾਮੀ ਭੁੱਲਰ ਜੱਟ ਦੀ ਲੜਕੀ ਮਾਈ ਲੱਖਾ ਨਾਲ ਵਿਆਹਿਆ ਹੋਇਆ ਸੀ। ਇਹ ਆਪਣੇ ਭਰਾਵਾਂ ਵਾਂਗ ਯੋਧਾ ਤੇ ਮਾਰਖੋਰ ਸੀ। ਇੱਕ ਵਾਰ ਇਹ ਕਟਕ ਲੈ ਕੇ ਪੰਜਗਰਾਈ ਵੱਲ ਗਿਆ ਸੀ ਕਿ ਨੇਰੇ ਗੋਤ ਦੇ ਜ਼ਿਮੀਂਦਾਰਾਂ ਨਾਲ ਕਰੜਾ ਟਾਕਰਾ ਹੋ ਪਿਆ, ਜਿਸ ਵਿੱਚ ਰਘੂ ਮਾਰਿਆ ਗਿਆ। ਇਸ ਵੇਲੇ ਰਘੂ ਦੇ ਘਰ 2 ਛੋਟੇ-ਛੋਟੇ ਪੁੱਤਰ ਸਨ, ਹਰਦਾਸ ਤੇ ਸ਼ਮੀਰ। ਭੁੱਲਰਾਂ ਨੂੰ ਇਹ ਭਰਮ ਪਿਆ ਕਿ ਸਾਡੀ ਭੈਣ ਉੱਤੇ ਉਸਦਾ ਦਿਓਰ ਚਾਦਰ ਨਾ ਪਾ ਲਵੇ, ਇਸ ਲਈ ਆਪੋ ਵਿੱਚ ਸਲਾਹ ਕਰਕੇ ਇਹ ਰਾਤ ਸਮੇਂ ਫੂਲ ਅਪੜੇ ਅਤੇ ਕਮੰਦਾ ਸੁੱਟ ਕੇ ਆਪਣੀ ਭੈਣ ਤੇ ਦੋਹਾਂ ਭਾਣਜਿਆਂ ਨੂੰ ਜਿਉਂਦੀ ਲੈ ਆਏ। ਉਸ ਸਮੇਂ ਤਾਂ ਚੌਧਰੀ ਤਲੋਕ ਚੰਦ ਰਾਮਚੰਦ ਜੀ ਨੇ ਕੁਝ ਖਿਆਲ ਨਾ ਕੀਤਾ, ਪਰ ਜਦ ਕੁਝ ਸਮੇਂ ਮਗਰੋਂ ਦੋਵੇਂ ਭਾਈ ਆਕਲੀਆ ਪਿੰਡ ਮਾਰ ਕੇ ਫੂਲ ਨੂੰ ਮੁੜੇ ਆਉਂਦੇ ਸਨ ਤਾਂ ਉਹਨਾਂ ਦੇ ਰਾਹ ਵਿੱਚ ਜਿਉਂਦੀ ਆ ਡੇਰਾ ਕੀਤਾ ਅਤੇ ਆਪਣੇ ਭਤੀਜਿਆਂ ਤੇ ਉਹਨਾਂ ਦੀ ਮਾਈ ਨੂੰ ਆਪਣੇ ਨਾਲ ਲੈ ਜਾਣਾ ਚਾਹਿਆ।
ਭੁੱਲਰਾਂ ਨੇ ਇਹ ਗੱਲ ਨਾ ਮੰਨੀ ਅਤੇ ਜਦ ਰਾਤ ਹੋਈ ਤਾਂ ਦੋਹਾਂ ਸਰਦਾਰਾਂ ਦੇ ਕੁਝ ਕੁ ਘੋੜੇ ਚੋਰੀ ਕਰਵਾ ਦਿੱਤੇ। ਇਸ ਗੱਲੋਂ ਗੁੱਸੇ ਹੋ ਕੇ ਸਵੇਰੇ ਇਹ ਫੂਲ ਨੂੰ ਚਲੇ ਆਏ ਤੇ ਰਘੂ ਦਾ ਪਰਿਵਾਰ ਜਿਉਂਦੀ ਹੀ ਰਿਹਾ। ਭੁੱਲਰਾਂ ਨੇ ਆਪਣੇ ਦੋਹਤਿਆਂ ਨੂੰ 12 ਹਾਲ ਦੀ ਜ਼ਮੀਨ ਦੇ ਛੱਡੀ ਸੀ, ਪਰ ਜਦ ਸਰਦਾਰ ਜੀਵਨ ਸਿੰਘ ਤੇ ਦੀਵਾਨ ਸਿੰਘ ਜੀ ਤਕੜੇ ਹੋਏ ਤਾਂ ਮਹਾਰਾਜਾ ਆਲਾ ਸਿੰਘ ਜੀ ਦੀ ਸਹਾਇਤਾ ਨਾਲ ਇਹ ਸਾਰੇ ਹੀ ਪਿੰਡ ਦੇ ਮਾਲਕ ਬਣ ਗਏ। ਹੁਣ ਤੱਕ ਉਹਨਾਂ ਦੀ ਔਲਾਦ ਜਿਉਂਦੀ ਵਸਦੀ ਹੈ। ਜਿਉਂਦਾ ਪਿੰਡ ਦੀ ਜ਼ਮੀਨ ਦੂਰ ਦੂਰ ਤੱਕ ਸੀ ਅਤੇ ਇਸ ਦੀ ਹੱਦ ਮੰਡੀ ਪਿੰਡ ਨਾਲ ਜਾ ਰਲਦੀ ਸੀ। ਚੌਧਰੀ ਤਲੋਕ ਚੰਦ ਤੇ ਸ਼੍ਰੀ ਰਾਮਚੰਦ ਜੀ ਨੇ ਭੁੱਲਰਾਂ ਦੀ ਜੂਹ ਵਿੱਚ ਲਹਿੰਦਾ, ਬਦਿਆਲਾ ਤੇ ਬੱਲੋ 3 ਪਿੰਡ ਵਸਾ ਦਿੱਤੇ, ਇਸ ਗੁੱਸੇ ਕਰਕੇ ਕਿ ਇਹਨਾਂ ਨੇ ਸਾਡਾ ਆਖਾ ਨਹੀਂ ਮੰਨਿਆ ਸੀ। ਚੌਧਰੀ ਫੂਲ ਦੀ ਲੜਕੀ ਬੀਬੀ ਫੱਤੋ ਜੀ ਦਾ ਵਿਆਹ ਰਾਮਦਾਸ ਪਿੰਡ ਦੇ ਭਾਈ ਪੰਨਾ ਸਿੰਘ ਜੀ ਨਾਲ ਹੋਇਆ, ਜੋ ਪ੍ਰਸਿੱਧ ਬਾਬਾ ਬੁੱਢਾ ਜੀ ਦੀ ਔਲਾਦ ਵਿੱਚੋਂ ਸਨ। ਬੀਬੀ ਜੀ ਦਾ ਪੁੱਤਰ ਸੰਗਤ ਸਿੰਘ ਜਦੋਂ ਛੋਟੇ-ਛੋਟੇ ਮਾਸੂਮ ਛੱਡ ਕੇ ਗੁਜ਼ਰ ਗਿਆ ਤਾਂ ਸ਼ਰੀਕ ਵੈਰ ਵਿਰੋਧ ਕਰਨ ਲੱਗ ਪਏ, ਜਿਸ ਕਰਕੇ ਬੀਬੀ ਜੀ ਆਪਣੇ ਭਾਈਆਂ ਪਾਸ ਫੂਲ ਆ ਗਏ। ਭਾਈਆਂ ਨੇ ਫੂਲ ਦੀ ਇੱਕ ਪੱਤੀ ਆਪ ਦੇ ਨਾਂ ਲਾ ਦਿੱਤੀ। ਭਾਂਜਿਆਂ ਦੀ ਪਾਲਣਾ ਕਰਦੇ ਰਹੇ। ਜਦ ਬੀਬੀ ਜੀ ਗੁਜ਼ਰੇ ਤਾਂ ਚੌਧਰੀ ਤਲੋਕ ਚੰਦ ਜੀ ਨੇ, ਜੋ ਇਸ ਸਮੇਂ ਇਕੱਲੇ ਹੀ ਫੂਲ ਦੇ ਮਾਲਕ ਸਨ, ਆਪਣੇ ਭਾਂਜਿਆਂ ਨੂੰ ਫੂਲ ਦੀ ਪੱਤੀ ਵਜੋਂ ਬੋਗਰ ਪਿੰਡ ਦੇ ਦਿੱਤਾ। ਇੱਥੋਂ ਉੱਠ ਕੇ ਉਹਨਾਂ ਨੇ ਸੰਮਤ 1791 ਬਿਕਰਮ ਵਿੱਚ ਭਦੌੜੋਂ 5 ਕੋ ਉੱਤਰ ਪੂਰਬ ਵੱਲ ਬੀਲਾ ਪਿੰਡ ਬੰਨ ਲਿਆ, ਜਿੱਥੇ ਹੁਣ ਤੱਕ ਉਹਨਾਂ ਦੀ ਔਲਾਦ ਵਸਦੀ ਹੈ। ਚੌਧਰੀ ਤਲੋਕ ਚੰਦ ਤੇ ਰਾਮਚੰਦ ਜੀ ਸ਼੍ਰੀ ਦਸ਼ਮੇਸ਼ ਜੀ ਦੇ ਸ਼ਰਧਾਲੂ ਸਿੱਖ ਸਨ ਅਤੇ ਦੋਵੇਂ ਭਾਈ ਕਈ ਵਾਰ ਸ਼੍ਰੀ ਗੁਰੂ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਗਏ ਸਨ। ਸੰਮਤ 1753 ਬਿਕਰਮੀ ਵਿੱਚ ਜਦ ਸ਼੍ਰੀ ਦਸ਼ਮੇਸ਼ ਜੀ ਨੂੰ ਆਦਮੀਆਂ ਦੀ ਲੋੜ ਪਈ ਤਾਂ ਆਪਣੇ ਅੱਗੇ ਲਿਖਿਆ ਹੁਕਮਨਾਮਾ ਇਹਨਾਂ ਦੋਵਾਂ ਭਰਾਵਾਂ ਵੱਲ ਘੱਲਿਆ ਸੀ। ਏਕਮਕਾਰ ਸਤਿਗੁਰ ਜੀ, ਸ਼੍ਰੀ ਗੁਰੂ ਜੀਓ ਕੀ ਆਗਿਆ ਹੈ ਭਾਈ ਤਲੋਕਾ ਭਾਈ, ਰਾਮਾ ਸਰਬਤ ਸੰਗਤ ਗੁਰ ਰੱਖੇਗਾ ਤੁਦੋ ਜਮੀਅਤ ਲੈ ਕੇ, ਅਸਾਡੇ ਹਜ਼ੂਰ ਆਵਣਾ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ, ਤੇਰਾ ਘਰ ਮੇਰਾ ਹੈ, ਤੁਦੇ ਹੁਕਮ ਦਖਦਿਆਂ ਹੀ ਛੇਤੀ ਅਸਾਡੇ ਹਜ਼ੂਰ ਆਵਣਾ, ਤੇਰਾ ਘਰ ਮੇਰਾ ਅਮੇ ਤਦ ਸਿਤਾਬੀ ਹੁਕਮ, ਦੇਖਦਿਆਂ ਹੀ ਆਵਣਾ ਤੁਸਾਂ ਸਵਾਰ ਲੈ ਕੇ, ਆਵਣਾ ਜ਼ਰੂਰ ਆਵਣਾ, ਤੇਰੇ ਉੱਤੇ ਅਸਾਡੀ ਭਾਰੀ ਮਿਹਰਬਾਨਗੀ, ਅਸਾਂ ਤੈ ਆਵਣਾ ਇੱਕ ਜੋੜਾ ਭਜਾ ਰਖਵਾਵਣਾ। ਭਾਦੋਂ 2 ਸੰਪਤ 53। ਇਸ ਤੋਂ 9 ਸਾਲ ਮਗਰੋਂ ਜਦ ਸ਼੍ਰੀ ਦਸ਼ਮੇਸ਼ ਜੀ ਅਨੰਦਪੁਰ ਨੂੰ ਛੱਡ ਅਤੇ ਚਮਕੌਰ ਦਾ ਯੁੱਧ ਕਰਕੇ ਦੀਨੇ ਪਿੰਡ ਆਏ ਤਾਂ ਦੋਵੇਂ ਭਰਾ ਕਈ ਵਾਰ ਸ਼੍ਰੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਰਹੇ। ਉਸ ਸਮੇਂ ਸਰਦਾਰ ਰਾਮਚੰਦ ਜੀ ਦੇ ਛੋਟੇ ਪੁੱਤਰ ਲੱਦੇ ਨੇ ਅੰਮ੍ਰਿਤਪਾਨ ਕੀਤਾ, ਜਿਸ ਕਰਕੇ ਆਪ ਦਾ ਨਵਾਂ ਨਾਮ ਰਾਮ ਸਿੰਘ ਰੱਖਿਆ ਗਿਆ। ਤੇ ਜਦ ਸ਼੍ਰੀ ਗੁਰੂ ਜੀ ਮੁਕਤਸਰ ਦੇ ਯੁੱਧ ਤੋਂ ਮਗਰੋਂ ਤਲਵੰਡੀ ਸਾਬੋ ਜਾ ਬਿਰਾਜੇ ਤਾਂ ਦੋਹਾਂ ਭਰਾਵਾਂ ਨੇ ਉੱਥੇ ਜਾ ਕੇ ਅੰਮ੍ਰਿਤਪਾਨ ਕੀਤਾ ਅਤੇ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ। ਆਰੰਭ ਸੰਪਤ 1767 ਬਿਕਰਮੀ ਵਿੱਚ ਜਦ ਬੰਦਾ ਬਹਾਦਰ ਇਸ ਦੇਸ਼ ਵਿੱਚ ਆਇਆ ਤਾਂ ਦੋਹਾਂ ਭਰਾਵਾਂ ਨੇ ਰੁਪਏ ਤੇ ਆਦਮੀਆਂ ਨਾਲ ਉਸ ਦੀ ਸਹਾਇਤਾ ਕੀਤੀ, ਪਰ ਖੁੱਲ੍ਹਮ ਖੁੱਲ੍ਹੇ ਉਸ ਦੇ ਸੰਗ ਨਾ ਰਲ ਸਕੇ, ਕਿਉਂਕਿ ਪਾਸ ਹੀ ਈਸੇ ਖਾਨ ਮੰਝ ਬੈਠਾ ਸੀ, ਜੋ ਉਸ ਸਮੇਂ ਪੰਜਾਬ ਦੇ ਸਭ ਹਾਕਮਾਂ ਨਾਲੋਂ ਜ਼ੋਰਾਵਰ ਸੀ। ਬੰਦਾ ਬਹਾਦਰ ਨੇ ਸਮਾਣਾ, ਸੁਨਾਮ, ਕੈਥਲ, ਘੁੜਾਮ, ਸਡੋਰਾ, ਬਨੂੜ ਅਤੇ ਸਰਹੰਦ ਨੂੰ ਥੈ ਨਾਲ ਰਲਾ ਕੇ ਕਰਨਾਲ ਤੋਂ ਲੈ ਕੇ ਲਾਹੌਰ ਤੱਕ ਮੁਗਲਾਂ ਦੀ ਸਫਾ ਉਡਾ ਦਿੱਤੀ ਅਤੇ ਫੂਲਕਿਆਂ ਜਿਹੇ ਉੱਨਤੀ ਕਰਨ ਵਾਲੇ ਜਥੇ ਦੇ ਸਿਰ ਉੱਤੋਂ ਸਰਕਾਰੀ ਹਾਕਮਾਂ ਦਾ ਭਾਰ ਲਾ ਦਿੱਤਾ। ਇਹ ਸਾਲ ਹਜੇ ਮੁੱਕਾ ਨਹੀਂ ਸੀ ਕਿ ਪਾਤਸ਼ਾਹੀ ਫੌਜਾਂ ਨੇ ਆ ਕੇ ਫੇਰ ਆਪਣਾ ਅਮਲ ਕਾਇਮ ਕਰ ਲਿਆ, ਪਰ ਅਸਲ ਗੱਲ ਇਹ ਹੈ ਕਿ ਸੰਪਤ 1771 ਬਿਕਰਮੀ ਤੱਕ ਅਮਨ ਕਾਇਮ ਹੋਇਆ ਹੀ ਨਹੀਂ। ਸੰਪਤ 1770 ਬਿਕਰਮੀ ਵਿੱਚ ਵੱਡਾ ਭਾਰੀ ਕਾਲ ਪਿਆ ਤੇ ਸੰਪਤ 1767 ਤੋਂ ਲੈ ਕੇ ਸੰਨ 1770 ਤੱਕ ਇੰਨਾ ਰਾਮ ਰੌਲਾ ਰਿਹਾ ਕਿ ਦੇਸ਼ ਵਿੱਚ ਸ਼ਾਹੀ ਹਾਕਮਾਂ ਦਾ ਕੁਝ ਨਹੀਂ ਵਟਿੰਦਾ ਸੀ। ਪਰ ਈਸੇ ਖਾਨ ਮੰਝ ਆਕੀ ਹੋ ਕੇ ਦੂਰ ਦੂਰ ਤੱਕ ਦਾ ਇਲਾਕਾ ਮੱਲੀ ਬੈਠਾ ਸੀ ਅਤੇ ਕਪੂਰ ਬਰਾੜਾ ਨੂੰ ਫਾਹਾ ਦੇਣ ਦੇ ਕਾਰਨ ਸਾਰੇ ਬੈਰਾੜ ਇਸ ਦੇ ਲਹੂ ਦੇ ਤਿਹਾਏ ਬੈਠੇ ਸਨ। ਚੌਧਰੀ ਤਲੋਕ ਸਿੰਘ ਤੇ ਸਰਦਾਰ ਰਾਮ ਸਿੰਘ ਜੀ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਚੌਧਰੀ ਤਲੋਕ ਸਿੰਘ ਜੀ ਤਾਂ ਆਰਾਮ ਨਾਲ ਦਿਨ ਕੱਟਣ ਵਾਲੇ ਸਨ, ਪਰ ਸਰਦਾਰ ਰਾਮ ਸਿੰਘ ਜੀ ਇਸ ਦੇ ਉਲਟ
ਖਾੜਕੂ ਤੇ ਮਾਰਖੋਰ ਸਨ। ਇਸ ਲਈ ਅੰਦਰੋਂ ਦੋਹਾਂ ਭਰਾਵਾਂ ਵਿੱਚ ਨਸ਼ੁੱਧੀ ਹੋ ਗਈ ਅਤੇ ਚੌਧਰੀ ਤਲੋਕ ਸਿੰਘ ਜੀ ਨੇ ਇਹ ਕਹਿ ਕੇ ਕਿ ਤੂੰ ਮੈਨੂੰ ਹਾਕਮਾਂ ਵਿੱਚ ਬਦਨਾਮ ਕਰ ਦੇਵੇਂਗਾ, ਸਰਦਾਰ ਰਾਮ ਸਿੰਘ ਜੀ ਨੂੰ ਜ਼ੋਰ ਨਾਲ ਫੂਲੋਂ ਬਾਹਰ ਕੱਢ ਦਿੱਤਾ। ਫੂਲੋ ਬੇਦਖਲ ਹੋ ਕੇ ਸਰਦਾਰ ਰਾਮ ਸਿੰਘ ਜੀ ਢਬਾਲੀ ਦੇ ਥੇ ਉੱਤੇ ਜਾ ਬੈਠੇ, ਪਰ ਛੇਤੀ ਹੀ ਇੱਥੋਂ ਵੀ ਆਪ ਨੂੰ ਉੱਠਣਾ ਪਿਆ। ਫਿਰ ਆਪ ਭਦੌੜ ਦੇ ਥੇ ਉੱਤੇ ਜਾ ਬੈਠੇ, ਜਿੱਥੋਂ ਸੇਮੇਕਿਆਂ ਨੇ ਆਪ ਨੂੰ ਉਠਾ ਦਿੱਤਾ। ਅੰਤ ਆਪ ਨੇ ਆਪਣੇ ਨਾਮ ਉੱਤੇ ਰਾਮਪੁਰਾ ਆਣ ਆਬਾਦ ਕੀਤਾ ਤੇ ਇਸ ਤੋਂ ਮਗਰੋਂ ਫੂਲ ਨਾ ਗਏ। ਇਹ ਗੱਲ ਸੰਪਤ 1757 ਬਿਕਰਮੀ ਦੀ ਹੈ। ਫੂਲਕੇ ਅਜ਼ਾਰੇਦਾਰ ਸਨ ਜੋ ਕੁਝ ਕੁ ਪਿੰਡਾਂ ਦੇ ਟਕੇ ਸਰਕਾਰੀ ਖਜ਼ਾਨੇ ਵਿੱਚ ਭਰਿਆ ਕਰਦੇ ਸਨ। ਬੰਦਾ ਬਹਾਦਰ ਤੋਂ ਮਗਰੋਂ ਜਦ ਦੇਸ਼ ਵਿੱਚ ਰਾਜ ਰੌਲਾ ਪੈ ਗਿਆ ਤਾਂ ਇਸ ਸਮੇਂ ਸੇਮੇ ਦਾ ਪੁੱਤਰ ਚੈਨਾ ਫੂਲਕਿਆਂ ਵੱਲੋਂ ਟਕੇ ਉਗਰਾਉਂਦਾ ਤੇ ਸਰਕਾਰੇ ਤਾਰ ਆਇਆ ਕਰਦਾ ਸੀ। 1 ਸਾਲ ਰਾਜ ਰੌਲੇ ਦੇ ਕਾਰਨ ਟਕੇ ਲੈਣ ਵਾਲਾ ਕੋਈ ਨਹੀਂ ਸੀ। ਚੈਨਾ ਉਹ ਰਕਮ ਲੈ ਕੇ ਆਪਣੇ ਸਹੁਰੀ ਚੈਨੇਵਾਲ ਜਾ ਵੜਿਆ। ਜਦ ਸਰਦਾਰ ਰਾਮ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਮਹਾਰਾਜਕਿਆਂ ਨੂੰ ਆਪਣੇ ਨਾਲ ਲੈ ਕੇ ਚੀਨੇਵਾਲ ਜਾ ਲੜੇ ਅਤੇ ਚੀਨੇ ਨੂੰ ਮਾਰ ਕੇ ਸਭ ਰਕਮ ਲੈ ਆਂਦੀ। ਇਸ ਲੜਾਈ ਵਿੱਚ ਮਹਾਰਾਜਕਿਆਂ ਵਿੱਚੋਂ ਕਾਲੇ ਦਾ ਪੁੱਤਰ ਫੱਤਾ ਮਾਰਿਆ ਗਿਆ ਸੀ। ਹੁਣ ਚੈਨੇ ਦੀ ਔਲਾਦ ਨੇ ਸਹੁੰ ਖਾ ਲਈ ਕਿ ਜਦ ਤੱਕ ਅਸੀਂ ਬਦਲਾ ਨਹੀਂ ਲੈ ਲੈਂਦੇ ਤਦ ਤੱਕ ਸਾਨੂੰ ਵੀ ਸੁੱਖ ਦੀ ਨੀਂਦ ਸੌਣਾ ਹਰਾਮ ਹੈ। ਸਰਦਾਰ ਰਾਮ ਸਿੰਘ ਜੀ ਦੀ ਕੋਟਲਾ ਵਾਲੇ ਪਠਾਨਾਂ ਨਾਲ ਚੰਗੀ ਮਿੱਤਰਾਚਾਰੀ ਸੀ ਅਤੇ ਆਪ ਕਈ ਵਾਰ ਕੋਟਲੇ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਵਾਰ ਆਪ ਕੋਟਲੇ ਬੇਫਿਕਰੀ ਨਾਲ ਪਾਸਾ ਖੇਡ ਰਹੇ ਸਨ ਕਿ ਵੈਰੀ ਅਚਨਚੇਤ ਜਾ ਪਏ। ਖਬਰਦਾਰ ਹੋਣ ਤੋਂ ਪਹਿਲਾਂ ਹੀ ਵਾਰ ਕਰਕੇ ਨਸ ਗਏ। ਇਹ ਗੱਲ ਸੰਪਤ 1771 ਬਿਕਰਮੀ ਦੀ ਹੈ। ਇਸ ਸਮੇਂ ਚੌਧਰੀ ਤਲੋਕ ਸਿੰਘ ਜੀ ਹਜੇ ਜਿਉਂਦੇ ਸਨ। ਇਸ ਵਧੀਕੀ ਦੇ ਕਾਰਨ ਸੇਮੇਕਿਆਂ ਤੇ ਸਰਦੂਲਕਿਆਂ ਨੂੰ ਮਹਾਰਾਜੋਂ ਕੱਢ ਦਿੱਤਾ ਗਿਆ ਅਤੇ ਮਹਾਰਾਜ ਦੀ ਵੰਡ 4 ਪੱਤੀਆਂ ਉੱਤੇ ਕਰ ਲਈ ਗਈ। ਸੇਮਾ ਤੇ ਸਰਦੂਲ ਇੱਕ ਮਾਂ ਦੇ ਪੁੱਤਰ ਸਨ ਅਤੇ ਦੂਜੇ ਚਾਰੇ ਭਾਈ ਇੱਕ ਮਾਂ ਤੋਂ ਸਨ। ਸੇਮੇ ਕੇ ਬੜੇ ਮਾਰਖੋਰ ਸਨ। ਜਦੋਂ ਇਹ ਮਹਾਰਾਜ ਮਿਲੇ ਤਾਂ ਸੇਮੇ ਦੇ ਪੁੱਤਰ ਬਿਹਾਰੀ ਨੇ ਪੁੱਛੋ ਕੇ ਭਾਈਕਿਆਂ ਦਾ ਮਾਲ ਜਾਰ ਲਿਆ। ਉੱਥੇ ਉਹਨਾਂ ਨਾਲ ਲੜਾਈ ਹੋ ਪਈ ਜਿਸ ਵਿੱਚ ਸੇਮੇਕਿਆਂ ਉੱਤੇ ਔਖੀ ਆ ਬਣੀ। ਇਹਨਾਂ ਨੇ ਭੂਪੇ ਚੂੜੇ ਨੂੰ 2 ਰੁਪਏ ਤੇ ਖੇਸ ਦੇ ਕੇ ਮਹਾਰਾਜ ਘੱਲਿਆ ਕਿ ਉੱਥੇ ਜਾ ਕੇ ਪਲੂ ਫੇਰ ਦੇਵੇ ਤੇ ਬੌੜੀ ਕਰੇ। ਇਸ ਗੱਲੋਂ ਭਰਾਵਾਂ ਦਾ ਲਹੂ ਪੰਗਰ ਪਿਆ ਤੇ ਮਹਾਰਾਜਕਿਆਂ ਦੀ ਸਹਾਇਤਾ ਨਾਲ 3000 ਘੁਮਾਣਾ ਦਾ ਸੋਮਾ ਪਿੰਡ ਬਣਵਾ ਦਿੱਤਾ। ਸਰਦਾਰ ਰਾਮ ਸਿੰਘ ਜੀ ਦੀ ਸ਼ਾਦੀ ਘੁੰਸਾ ਪਿੰਡ ਦੇ ਨਾਨੂ ਭੁੱਲਰ ਦੀ ਲੜਕੀ ਮਾਈ ਸਾਲੀ ਨਾਲ ਹੋਈ ਸੀ, ਜਿਸ ਤੋਂ ਆਪ ਦੇ ਘਰ 6 ਪੁੱਤਰ ਹੋਏ। ਦੁੰਨਾ ਸਿੰਘ, ਸੱਬਾ ਸਿੰਘ, ਆਲਾ ਸਿੰਘ, ਬਖਤਾ ਸਿੰਘ, ਬੁੱਢਾ ਸਿੰਘ ਤੇ ਲੱਦਾ ਸਿੰਘ। ਲੱਦਾ ਸਿੰਘ ਆਪਣੇ ਪਿਤਾ ਦੇ ਜਿਉਂਦਿਆਂ ਹੀ ਲੜਾਈ ਵਿੱਚ ਮਾਰਿਆ ਗਿਆ ਸੀ। ਇੱਕ ਵਾਰ ਇਹ ਫੂਲ ਨੂੰ ਗਿਆ ਸੀ ਕਿ ਉੱਥੇ ਪਚਾਦਿਆਂ ਦਾ ਕਟਕਾ ਪਿਆ ਤੇ ਉਹ ਸਾਰਾ ਮਾਲ ਵੱਲ ਕੇ ਲੈ ਨੱਸੇ। ਲੱਦਾ ਸਿੰਘ ਨੇ ਜਦ ਟਮਕ ਸੁਣੀ ਤਾਂ ਅਲਾਣੀ ਘੋੜੀ ਉੱਤੇ ਹੀ ਸਵਾਰ ਹੋ ਕੇ ਕਟਕ ਮੰਗਰੇ ਭੱਜਾ ਅਤੇ ਲੜ ਭਿੜ ਕੇ ਮਾਲ ਛੁਡਾ ਲਿਆ, ਪਰ ਉਸੇ ਵੇਲੇ ਗੋਲੀ ਲੱਗਣ ਕਰਕੇ ਉੱਥੇ ਹੀ ਠੰਡਾ ਹੋ ਗਿਆ। ਇਸ ਦੀ ਸ਼ਾਦੀ ਰਤੀਏ ਦੇ ਚੌਧਰੀਆਂ ਦੇ ਹੋਈ ਸੀ। ਬੁੱਢਾ ਸਿੰਘ ਸਰਦਾਰ ਰਾਮ ਸਿੰਘ ਜੀ ਤੋਂ ਥੋੜਾ ਹੀ ਚਿਰ ਮੰਗਰੋਂ ਸੰਪਤ 1771 ਬਿਕਰਮੀ ਵਿੱਚ ਗੁਜ਼ਰ ਗਿਆ। ਇਸ ਦੀ ਸ਼ਾਦੀ ਬੰਗੇਹਰ ਪਿੰਡ ਦੇ ਢਿਲਵਾਂ ਦੀ ਲੜਕੀ ਮਾਈ ਬਖਤੋ ਨਾਲ ਹੋਈ ਸੀ, ਜਿਸ ਤੋਂ ਅੱਗੇ ਕੋਈ ਔਲਾਦ ਨਹੀਂ ਹੋਈ ਸੀ ਕਿ ਬੁੱਢਾ ਸਿੰਘ ਬਰਾੜ ਦੀ ਇੱਕ ਲੜਾਈ ਵਿੱਚ ਗੁਜ਼ਰ ਗਿਆ। ਕੁਝ ਸਮੇਂ ਮਗਰੋਂ ਚੌਧਰੀ ਦੁੰਨਾ ਸਿੰਘ ਨੇ ਸਰਦਾਰਨੀ ਬਖਤੋ ਉੱਤੇ ਚਾਦਰ ਪਾ ਲਈ, ਜਿਸ ਤੋਂ ਆਪ ਦੇ ਘਰ ਇੱਕ ਪੁੱਤਰ ਸੂਮਾ ਸਿੰਘ ਹੋਇਆ, ਜਿਸ ਦੀ ਔਲਾਦ ਧਾਮਪੁਰੀਏ ਸਰਦਾਰ ਹਨ। ਸਰਦਾਰ ਰਾਮ ਸਿੰਘ ਜੀ ਦੇ ਬਾਕੀ 4 ਪੁੱਤਰ ਬੜੇ ਪ੍ਰਤਾਪੀ ਹੋਏ। ਦੁੰਨਾ ਸਿੰਘ ਦੀ ਔਲਾਦ ਭਦੌੜੀਏ ਤੇ ਕੋਟ ਦੂਨੇ ਵਾਲੇ ਸਰਦਾਰ ਹਨ। ਬਖਤਾ ਸਿੰਘ ਦੀ ਔਲਾਦ ਬੇਰ ਤੇ ਮਲੌਦ ਦੇ ਸਰਦਾਰ ਹਨ। ਸੋਭਾ ਸਿੰਘ ਦੀ ਔਲਾਦ ਨਹੀਂ ਤੁਰੀ, ਪਰ ਇਹ ਸਭ ਭਰਾਵਾਂ ਨਾਲੋਂ ਵਰਿਆਮ ਤੇ ਯੋਧਾ ਸੀ ਅਤੇ ਆਪਣੇ ਵੇਲੇ ਮਾਰਾਂ ਮਾਰਨ ਤੇ ਮੱਲਾਂ ਮੱਲਣ ਵਿੱਚ ਆਪਣੇ ਭਰਾਵਾਂ ਨਾਲੋਂ ਮੋਹਰੇ ਸੀ। ਸਰਦਾਰ ਰਾਮ ਸਿੰਘ ਜੀ ਦੇ ਤੀਜੇ ਪੁੱਤਰ ਮਹਾਰਾਜਾ ਆਲਾ ਸਿੰਘ ਜੀ ਸਨ, ਜਿਨ੍ਹਾਂ ਦਾ ਹਾਲ ਹੁਣ ਅੱਗੇ ਲਿਖਿਆ ਜਾਂਦਾ ਹੈ। ਘੁੰਸ ਪਿੰਡ 6 ਰਾਜਗੀਆਂ ਦੇ ਨਾਨਕੇ ਸਨ, ਇਸ ਲਈ ਇਹ ਮੁੱਢ ਤੋਂ ਇਹਨਾਂ 6 ਹੀ ਰਾਜਗੀਆਂ ਦਾ ਮੁੱਢ ਰਾਮਪੁਰੇ ਤੋਂ ਮੰਨਣਾ ਚਾਹੀਦਾ ਹੈ, ਜਿੱਥੇ ਸਰਦਾਰ ਰਾਮ ਸਿੰਘ ਜੀ ਦੇ ਚੁੱਲ੍ਹੇ ਤੇ ਚਬੱਚੇ ਹਨ। ਜਦ ਸੰਪਤ 1818 ਬਿਕਰਮ ਵਿੱਚ ਮਹਾਰਾਜਾ ਨਰਿੰਦਰ ਸਿੰਘ ਜੀ ਰਾਮਪੁਰੇ ਗਏ ਸਨ ਤਾਂ ਉਦੋਂ ਇਹ ਚਬੱਚੇ ਮਾਫ ਸੀ। ਅੰਤ ਜ਼ਿਮੀਂਦਾਰ ਆਪੋ ਵਿੱਚ ਪਾਟ ਪਏ, ਜਿਸ ਕਰਕੇ ਸੰਪਤ 1435 ਬਿਕਰਮੀ ਵਿੱਚ ਇਹ ਮਾਫੀ ਜਾਂਦੀ ਰਹੀ ਕਰਵਾਏ ਗਏ ਸਨ। ਉਦੋਂ ਹੀ ਮਹਾਰਾਜਾ ਸਾਹਿਬ ਜੀ ਰਾਮਪੁਰੇ ਦੀ ਬੀਬੀ ਨੂੰ ਆਪਣੀ ਬੀਬੀ ਬਣਾ ਕੇ ਉਸ ਦਾ ਨਾਤਾ ਸਰਦਾਰ ਨਰੈਣ ਸਿੰਘ ਜੀ ਸਿਆਲਬੇ ਵਾਲੇ ਲਈ ਲੈ ਗਏ ਸਨ।